ਸਤਨਾਮ। ਧੰਨ ਵਾਹਿ ਗੁਰੂ ਸਾਹਿਬ ਜੀਓ। ਹਮ ਮਹਿਲੇ ਤੁਮ ਉਜਲ ਕਰਤੇ, ਹਮ ਮਹਿਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੋ ਸਰਬ ਕਲਾ ਕਾ ਗਿਆਤਾ, ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਸਾ, ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਸਾ, ਡੰਡੋਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਇਸ ਗੁਰਮਤਿ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਨਮਾਨਯੋਗ ਭਾਈ ਸਾਹਿਬ ਜੀ ਨੇ ਹਜ਼ੂਰ ਦੇ ਅੰਮ੍ਰਿਤ ਬਚਨਾਂ ਦਾ ਕੀਰਤਨ ਔਰ ਕੀਰਤਨ ਦੀ ਸਮਾਪਤੀ ਤੇ ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ। ਓ ਮੇਰੇ ਪਿਆਰੇ ਮਨ ਮਿੱਤਰ, ਇਸ ਵੇਲੇ ਨੂੰ, ਇਸ ਵਕਤ ਨੂੰ, ਇਸ ਸਮੇਂ ਨੂੰ, ਇਸ ਟਾਈਮ ਨੂੰ ਖੁੰਝਾ ਨਾ। ਇਹ ਵੇਲਾ ਤਾਂ ਇਸ ਤਰ੍ਹਾਂ ਹੈ ਕਿ ਜਿਵੇਂ ਮਾਨੋ ਕੋਈ ਮੱਝ ਜਾਂ ਗਾਂ ਦਾ ਦੁੱਧ
ਚੋ ਕੇ ਲਿਆਉਂਦਾ ਹੈ ਤੇ ਉਹ ਚੋਇਆ ਹੋਇਆ ਦੁੱਧ ਅਸਥਾਨ 'ਚ ਦੁਬਾਰਾ ਨਹੀਂ ਜਾ ਸਕਦਾ। ਜਿਹੜਾ ਜ਼ਿੰਦਗੀ ਦਾ ਸਮਾਂ, ਟਾਈਮ, ਵਕਤ, ਵੇਲਾ ਪਰਮਾਤਮਾ ਨੇ ਤੈਨੂੰ ਦਿੱਤਾ ਹੈ, ਇਹ ਤਾਂ ਨਦੀ ਦੇ ਪ੍ਰਵਾਹ ਦੀ ਤਰ੍ਹਾਂ ਹੈ। ਜੋ ਇੱਕ ਵਾਰੀ ਨਿਕਲ ਗਿਆ ਉਸਨੇ ਵਾਪਸ ਫਿਰ ਆਉਣਾ ਨਹੀਂ। ਸਾਜ਼ੂਰ ਕਿਰਪਾ ਕਰਨ, ਵਕਤ ਸੰਭਾਲਣ ਦੀ ਜਾਚ ਬਖਸ਼ ਦੇਣ। ਸਾਧ ਸੰਗਤ, ਕੱਲ ਅਸੀਂ ਭਗਤ ਰਵਿਦਾਸ ਜੀ ਦੇ ਰਾਗ ਆਸਾ ਦੇ ਸ਼ਬਦ ਤੋਂ ਪ੍ਰਾਰੰਭਤਾ ਕੀਤੀ ਸੀ। ਉਹ ਸ਼ਬਦ ਹੈ ਮ੍ਰਿਗ ਮੀਨ ਭਰਿੰਗ ਪਤੰਗ ਕੁੰਚਰ, ਏਕ ਦੋਖ ਬਿਨਾਸ਼ ਪੰਚ ਦੋਖ ਆਸਾਦ ਜਾਮਹਿ ਤਾਂ ਕੀ ਕੇਤਕ ਆਸ। ਇਸ ਅੰਮ੍ਰਿਤ ਸ਼ਬਦ ਨੂੰ ਆਪਾਂ ਵਿਚਾਰ ਸਕੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਪ ਜਿਤਨੇ ਗੁਰੂ ਚਰਨਾਂ ਅੰਦਰ ਹਾਜ਼ਰ ਹੋ, ਆਪਣੇ ਅੰਦਰ ਨੂੰ ਟਿਕਾਉਂਦੇ ਹੋਏ ਪਿਆਰ ਅਦਬ ਨਾਲ ਬਖਸ਼ੋ ਆਸੀਸ। ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਜੋ ਵਿਚਾਰ ਦੀ ਲੜੀ ਪ੍ਰਾਰੰਭ ਕੀਤੀ ਸੀ, ਉਸ ਵਿਚਾਰ ਅਧੀਨ ਮਨੁੱਖ ਦੇ ਸਰੀਰ ਦੇ ਉਤਪੰਨ ਹੋਣ ਤੋਂ ਲੈ ਕੇ ਇਸ ਦੇ ਵਜੂਦ, ਇਸ ਦੇ ਤਨ ਦੀ ਬਣਤਰ ਸੰਬੰਧੀ ਜੋ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੇ ਸਾਨੂੰ ਸਮਝਾਇਆ ਹੈ, ਉਸ ਸ਼ਬਦ ਵਿੱਚੋਂ ਆਪਾਂ ਕੁਝ ਹਜ਼ੂਰ ਦੇ ਅੰਮ੍ਰਿਤ ਬਚਨ ਵਿਚਾਰੇ ਸਨ। ਸਿਰਫ ਸੰਖੇਪ ਜੀ ਇੱਕ ਪੰਛੀ ਝਾਤ ਕਿ ਪੰਜਾਂ ਤੱਤਾਂ ਦਾ ਪਰਮਾਤਮਾ ਨੇ ਇਹ ਜੜਤ ਜੜ ਕੇ ਸਰੀਰ ਬਣਾ ਦਿੱਤਾ ਤੇ ਉਸ ਨੇ ਪੰਜਾਂ ਤੱਤਾਂ ਦੇ ਵਿੱਚ ਪੰਜ ਗੁਣ ਪੈਦਾ ਕੀਤੇ ਸਿਰਫ ਲੜੀ ਨੂੰ ਅੱਗੇ ਤੋਰਨ ਲਈ। ਪੰਜ ਤੱਤ, ਪਾਣੀ, ਹਵਾ, ਅੱਗ, ਮਿੱਟੀ ਤੇ ਆਕਾਸ਼। ਇਹਨਾਂ ਪੰਜਾਂ ਤੱਤਾਂ ਦੇ ਅੱਗੇ ਪੰਜ ਗੁਣ ਪੈਦਾ ਕਰ ਦਿੱਤੇ। ਪਾਣੀ ਦਾ ਗੁਣ ਪਰਮਾਤਮਾ ਨੇ ਰਸ ਬਣਾ ਦਿੱਤਾ। ਪਵਨ ਦਾ ਗੁਣ ਪਰਮਾਤਮਾ ਨੇ ਸਪਰਸ਼ ਬਣਾ ਦਿੱਤਾ। ਅੱਗ ਦਾ ਗੁਣ ਪਰਮਾਤਮਾ ਨੇ ਰੂਪ ਬਣਾ ਦਿੱਤਾ। ਮਿੱਟੀ ਦਾ ਗੁਣ ਪ੍ਰਭੂ ਨੇ ਗੰਧ ਬਣਾ ਦਿੱਤਾ ਤੇ ਆਕਾਸ਼ ਤੱਤ ਦਾ ਗੁਣ ਪਰਿਪੂਰਨ ਪਰਮਾਤਮਾ ਨੇ ਸ਼ਬਦ ਬਣਾ ਦਿੱਤਾ। ਤੇ ਉਸ ਤੋਂ ਅੱਗੇ ਅਰਜ਼ ਕੀਤੀ ਸੀ ਕਿ ਇਹਨਾਂ ਪੰਜ ਗੁਣਾਂ ਦੇ ਗਿਆਨ ਨੂੰ ਅੰਦਰ ਪਹੁੰਚਾਉਣ ਵਾਲੇ ਪ੍ਰਭੂ ਨੇ ਮਨੁੱਖ ਦੇ ਸਰੀਰ ਦੇ ਪੰਜ ਗਿਆਨ ਇੰਦਰੇ ਬਣਾ ਦਿੱਤੇ। ਫਿਰ ਸ਼ਬਦ ਸਰਵਣ ਕਰਿਓ ਕਿ ਤੱਤਾਂ ਦੇ ਗੁਣ ਮੌਜੂਦ ਨੇ, ਪਰ ਉਹ ਗੁਣ ਬੰਦੇ ਦੀ ਬੁੱਧੀ ਵਿੱਚ ਕਿਵੇਂ ਪ੍ਰਵੇਸ਼ ਕਰਕੇ ਅੰਦਰ ਪ੍ਰਵਾਹਿਤ ਹੁੰਦੇ ਨੇ, ਉਹਨਾਂ ਗੁਣਾਂ ਨੂੰ ਗ੍ਰਹਿਣ ਕਰਨ ਵਾਸਤੇ ਪਰਮਾਤਮਾ ਨੇ ਪੰਜ ਗਿਆਨ ਇੰਦਰੇ ਬਣਾ ਦਿੱਤੇ। ਉਹਨਾਂ ਵਿੱਚੋਂ ਅਸੀਂ ਵਿਚਾਰਿਆ ਸੀ ਕਿ ਰਸਨਾ ਸਾਡੀ ਜ਼ਬਾਨ, ਇਹ ਪਰਮਾਤਮਾ ਨੇ ਰਸ ਨੂੰ ਚੱਖਣ ਵਾਲੀ, ਰਸ ਦਾ ਗੁਣ ਗ੍ਰਹਿਣ ਕਰਨ ਵਾਲਾ ਗਿਆਨ ਇੰਦਰਾ ਬਣਾ ਦਿੱਤਾ। ਇਸ ਇੰਦਰੇ ਦਾ ਸੰਬੰਧ ਪਾਣੀ ਤੱਤ ਨਾਲ ਹੈ। ਅੱਖਾਂ ਪਰਮਾਤਮਾ ਨੇ ਅਰੂਪ ਦਾ ਗੁਣ ਗ੍ਰਹਿਣ ਕਰਨ ਵਾਸਤੇ ਬਣਾ ਦਿੱਤੀਆਂ ਤੇ ਅੱਖਾਂ ਦੇ ਗਿਆਨ ਇੰਦਰੇ ਦਾ ਸੰਬੰਧ ਅੱਗ ਤੱਤ ਦੇ ਨਾਲ ਹੈ। ਹਵਾ ਵਾਲਾ ਤੱਤ ਸਪਰਸ਼, ਸਾਡੀ ਸਕਿਨ, ਤੁਚਾ, ਚਮੜੀ ਪਰਮਾਤਮਾ ਨੇ ਸਪਰਸ਼ ਗੁਣ ਦਾ ਗਿਆਨ ਧਾਰਨ ਕਰਨ ਵਾਸਤੇ ਬਣਾ ਦਿੱਤੀ
ਇਹ ਖਵਾ ਤੱਤ ਦਾ ਇੰਦਰਾਖ ਹੈ। ਨਾਸਕਾ ਇਹਨੂੰ ਪਰਮਾਤਮਾ ਨੇ ਗੰਧ ਦਾ ਗੁਣ ਗ੍ਰਹਿਣ ਕਰਨ ਵਾਸਤੇ ਬਣਾ ਦਿੱਤਾ, ਤੇ ਨਾਸਕਾ ਦਾ ਸੰਬੰਧ ਮਿੱਟੀ ਦੇ ਤੱਤ ਨਾਲ ਹੈ। ਉਸ ਤੋਂ ਅੱਗੇ ਹੈ ਆਕਾਸ਼, ਤੇ ਇਹ ਕਈ ਵਾਰੀ ਮਨ ਚ ਆਉਂਦਾ ਹੈ ਆਕਾਸ਼ ਤੱਤ ਕਿਵੇਂ ਹੋ ਸਕਦਾ ਹੈ। ਪੌਣ ਪਾਣੀ, ਮਿੱਟੀ ਤੇ ਅੱਗ, ਇਹ ਤਾਂ ਦ੍ਰਿਸ਼ਟਮਾਨ ਨਜ਼ਰ ਆਉਂਦੇ ਨੇ, ਪਰ ਆਕਾਸ਼ ਨੂੰ ਆਪਾਂ ਤੱਤ ਕਿਵੇਂ ਮੰਨਾਂਗੇ ਕਿ ਆਕਾਸ਼ ਵੀ ਬੋਡੀ ਵਿੱਚ ਹੈ। ਦੇਖੋ, ਜੇ ਆਕਾਸ਼ ਨਾ ਹੋਵੇ ਤੇ ਸ਼ਬਦ ਕਦੀ ਯਾਤਰਾ ਨਹੀਂ ਕਰ ਸਕਦਾ। ਬੜੀ ਸਿੱਧੀ ਜੀ ਉਦਾਹਰਨ ਹੈ ਸਮਝਾਉਣ ਲਈ ਮਨ ਨੂੰ। ਅਸੀਂ ਇੱਥੇ ਬੈਠੇ ਖਾਂ ਤੇ ਆਪਣੇ ਫੋਨ, ਅੱਜ ਤਾਂ ਚਲੋ ਸਾਇੰਸ ਨੇ ਇੰਨੀ ਤਰੱਕੀ ਕਰ ਦਿੱਤੀ ਸ਼ਬਦ ਦੇ ਸੰਬੰਧ ਵਿੱਚ, ਆਪਣਾ ਫੋਨ ਕੱਢ ਕੇ ਆਪਾਂ ਮਿਲਾਨੇ ਆ ਆਪਣੇ ਦੇਸ਼, ਆਪਣੇ ਘਰ। ਉਹ ਕਿਹੜੀ ਚੀਜ਼ ਹੈ ਜਿਹੜੀ ਸ਼ਬਦ ਦੀ ਤਰੰਗ ਨੂੰ ਇੱਕ ਖਿੰਨ ਦੇ ਵਿੱਚ ਇਸ ਧਰਤੀ ਤੋਂ ਚੁੱਕ ਕੇ ਉੱਥੋਂ ਤੱਕ ਪਹੁੰਚਾ ਦਿੰਦੀ ਹੈ ਤਾਂ ਵੇਵਜ਼ ਦੀ ਤਰੰਗਾਂ ਨੇ। ਪਰ ਜੇਕਰ ਆਕਾਸ਼ ਸਪੇਸ ਨਾ ਹੁੰਦੀ ਤੇ ਇਹ ਤਰੰਗ ਕਿਵੇਂ ਅੱਗੇ ਤੁਰਦੀ? ਸ਼ਬਦ ਤਾਂ ਤੁਰਦਾ ਹੈ ਕਿ ਜੇ ਸਪੇਸ ਹੈ, ਜੇ ਆਕਾਸ਼ ਹੈ, ਜੇ ਖਲਾਕ ਹੈ। ਜੇ ਆਕਾਸ਼ ਨਹੀਂ ਤੇ ਸ਼ਬਦ ਕਿਵੇਂ ਅੱਗੇ ਜਾਏਗਾ? ਇੱਕ ਮੈਂ ਬੇਨਤੀ ਕਰਾਂ, ਮੈਂ ਬੋਲ ਰਿਹਾ, ਆਪ ਸੁਣਦੇ ਪਏ, ਤੇ ਜੇਕਰ ਮੇਰੇ ਅੱਗੇ ਕੇਵਲ ਦੀਵਾਰ ਹੋਵੇ, ਮੇਰੇ ਮੂੰਹ ਅੱਗੇ ਕੋਈ ਲੱਕੜ ਦਾ ਟੁਕੜਾ ਕਰ ਦੇ, ਤੇ ਮੈਂ ਜਿਤਨਾ ਮਰਜੀ ਬੋਲਣ ਦਾ ਯਤਨ ਕਰਾਂ, ਮੇਰਾ ਸ਼ਬਦ ਬਿਲਕੁਲ ਬਾਹਰ ਨਹੀਂ ਨਿਕਲੇਗਾ, ਕਿਉਂਕਿ ਆਕਾਸ਼ ਤੱਤ ਹੀ ਹੈ ਜਿਹੜਾ ਸ਼ਬਦ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾਂਦਾ ਹੈ। ਸਾਡੇ ਸਰੀਰ ਵਿੱਚ ਵੀ ਆਕਾਸ਼ ਹੈ। ਆਕਾਸ਼ ਮੈਂ ਅਰਥ ਕਰ ਰਿਹਾ ਸਪੇਸ, ਖਲਾ। ਜਦੋਂ ਅਸੀਂ ਦੇਖਦੇ ਹਾਂ ਸਾਡੀਆਂ ਨਾੜਾਂ ਵਿੱਚ ਆਕਾਸ਼ ਹੈ, ਤਾਂ ਹੀ ਤਾਂ ਖੂਨ ਜਿਹੜਾ ਉਹ ਦੌਰਾ ਕਰ ਰਿਹਾ ਹੈ। 5 ਤੱਤ ਕੱਲ੍ਹ ਅਰਜ਼ ਕੀਤੀ, 5 ਤੱਤਾਂ ਦੇ 5 ਗੁਣ, ਤੇ 5 ਗੁਣਾਂ ਦਾ ਗਿਆਨ ਗ੍ਰਹਿਣ ਕਰਨ ਵਾਲੇ ਪਰਮਾਤਮਾ ਨੇ 5 ਗਿਆਨ ਇੰਦਰੇ ਬਣਾ ਦਿੱਤੇ। ਤੇ ਅਗਲੀ ਅਰਜ਼ ਮੈਂ ਕੱਲ ਕੀਤੀ ਸੀ ਕਿ ਜਦੋਂ ਬੰਦਾ ਗੁਣਾਂ ਤੱਕ ਸੀਮਤ ਰੱਖੇ, ਸੱਚ ਇਹ ਗਿਆਨ ਸਾਨੂੰ ਉਸਾਰੂ ਜ਼ਿੰਦਗੀ ਬਖਸ਼ਦਾ, ਤੇ ਜਦੋਂ ਗੁਣ ਬੰਦਾ ਜ਼ਹਿਰ ਬਣਾ ਲਵੇ, ਉਦੋਂ ਇਹੀ ਗੁਣ ਬੰਦੇ ਦੇ ਅੰਦਰ ਵਿਕਾਰ ਪੈਦਾ ਕਰ ਦਿੰਦੇ ਨੇ। ਗੱਲ ਸਿਰਫ 5 ਦੀ ਚੱਲ ਰਹੀ ਹੈ, ਤੇ ਹਰ ਕੋਈ ਬੰਦਾ ਭਾਵੇਂ ਥੋੜਾ ਜ਼ਿਕਰ ਕਰੇ, ਬਹੁਤਾ ਜ਼ਿਕਰ ਕਰੇ, ਵਿਸਤਾਰ ਨਾਲ ਬੋਲੇ, ਭਾਵੇਂ ਸੰਖੇਪ ਵਿੱਚ ਵੀ ਕੋਈ ਬੋਲੇ, ਜਦੋਂ ਵੀ ਕੋਈ ਬੰਦਾ ਮਨ ਦੀ ਯਾਤਰਾ ਦੀ ਗੱਲ ਕਰੇਗਾ, ਉਹਨੂੰ ਇਹਨਾਂ 5 ਦਾ ਜ਼ਿਕਰ ਜ਼ਰੂਰ ਕਰਨਾ ਪੈਂਦਾ ਹੈ, ਕਿਉਂਕਿ ਇਹ ਖੰਡਾ ਬਣਦੇ। ਹੁਣ ਦੇਖੋ, ਵਿਸ਼ਕ ਹੈ ਤੇ ਅੱਗੇ ਸਨ ਵਿਕਾਰ। ਮੈਂ ਇੱਥੇ ਇੱਕ ਅਰਜ਼ ਕਰਨੀ ਚਾਹਾਂਗਾ ਕਿ ਗੁਰੂ ਨੇ ਇਹ 5 ਗੱਲਾਂ ਸਾਨੂੰ ਸਮਝਾਈਆਂ ਬਾਣੀ ਵਿੱਚ। ਹੁਣ ਉਹਨਾਂ 5 ਵਿਕਾਰਾਂ ਨੂੰ ਆਪਾਂ ਫਿਰ ਕਹਿੰਦੇ ਆ ਕਿ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ। ਪਰ ਇਹਨਾਂ 5 ਵਿੱਚ ਸਭ ਤੋਂ ਪਹਿਲਾਂ ਜੋ ਦਰਜ ਕੀਤਾ ਗਿਆ, ਉਸ ਲਈ ਸ਼ਬਦ ਆਪਾਂ ਕਾਮ ਵਰਤਨੇ ਖਾਂ। ਪਰ ਅੱਜ ਕੱਲ ਮਨੁੱਖ ਕਹਿੰਦਾ ਹੈ ਕਿ ਇਹ ਤਾਂ ਇੱਕ ਬੰਦਿਸ਼ ਹੈ, ਇਹ ਤਾਂ ਆਜ਼ਾਦੀ ਦੇ ਉੱਪਰ ਇੱਕ ਅਟੈਕ, ਇੱਕ ਹਮਲਾ ਹੈ। ਮੈਂ ਇੱਕ ਬੇਨਤੀ ਕਰਾਂ, ਜ਼ਿੰਦਗੀ ਉਹ ਹੀ ਸੁਖੀ ਰਹੇਗੀ ਜਿਹੜੀ ਸੰਯਮ ਵਿੱਚ, ਕਿਸੇ ਸੀਮਾ ਵਿੱਚ, ਕਿਸੇ ਦਾਇਰੇ ਵਿੱਚ ਰਹਿ ਕੇ ਬੰਦਾ ਬਤੀਤ ਕਰੇ। ਜਿਸ ਬੰਦੇ ਦੀ ਜ਼ਿੰਦਗੀ ਵਿੱਚੋਂ ਸੰਯਮ, ਹੱਦ ਜਾਂ ਸੀਮਾ ਚਲੀ ਜਾਏਗੀ, ਸੱਚ ਇਹ ਵੇ ਕਿ ਉਸ ਬੰਦੇ ਦੀ ਜ਼ਿੰਦਗੀ ਬਿਲਕੁਲ ਨਰਕ ਬਣ ਜਾਂਦੀ ਹੈ। ਕੱਲਾ ਇਨਸਾਨ ਦਾ ਜੀਵਨ ਨਹੀਂ, ਥੋੜਾ ਜਿਹਾ ਅਸੀਂ ਬਾਹਰ ਮੁਖੀ ਦੇਖੀਏ ਕਿ ਪਰਿਪੂਰਨ ਪਰਮਾਤਮਾ ਨੇ, ਮੈਂ ਅਰਜ਼ ਕੀਤੀ, ਪਾਣੀ ਪੈਦਾ ਕੀਤਾ ਹੈ। ਪਾਣੀ ਸਾਡੀ ਜ਼ਿੰਦਗੀ ਦਾ ਆਧਾਰ ਹੈ, ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਫਰਮਾਇਆ ਕਿ ਪਹਿਲਾ ਪਾਣੀ ਜਿਉ ਹੈ ਜਿਤ ਖਰਿਆ ਸਭ ਕੋਏ। ਪਾਣੀ ਸਾਡੀ ਜ਼ਿੰਦਗੀ ਦਾ ਆਧਾਰ ਹੈ। ਪਾਣੀ ਚੋਂ ਸਾਨੂੰ ਜੀਵਨ ਮਿਲਦਾ ਹੈ, ਇਕੱਲੇ ਸਾਨੂੰ ਨਹੀਂ। ਸੱਚ ਇਹ ਵੇ ਕਿ ਜੀਵਨ ਹੈ ਹੀ ਉੱਥੇ ਜਿੱਥੇ ਪਰਿਪੂਰਨ ਪਰਮਾਤਮਾ ਨੇ ਪਾਣੀ ਪੈਦਾ ਕੀਤਾ ਹੈ। ਜਿੱਥੇ ਪਾਣੀ ਨਹੀਂ, ਉੱਥੇ ਜੀਵਨ ਵੀ ਨਹੀਂ। ਪਾਣੀ ਜ਼ਿੰਦਗੀ ਹੈ। ਬਨਸਪਤੀ ਪਾਣੀ ਨਾਲ ਜੀ ਰਹੀ ਹੈ, ਪਸ਼ੂ ਪਾਣੀ ਨਾਲ ਜੀ ਰਹੇ ਨੇ, ਪੰਛੀ ਪਾਣੀ ਨਾਲ ਜੀ ਰਹੇ ਨੇ, ਨਿੱਕੇ ਨਿੱਕੇ ਕੀੜੇ ਵੀ ਪਾਣੀ ਦੇ ਸਹਾਰੇ ਜਿੰਦੇ ਪਏ ਨੇ। ਇਨਸਾਨ ਨੂੰ ਵੀ ਲੋੜ ਹੈ ਪਾਣੀ ਦੀ। ਪਰ ਸੱਚ ਕਿ ਜਿੰਨੀ ਦੇਰ ਤੱਕ ਇਹ ਪਾਣੀ ਦੀ ਵਰਤੋਂ ਆਪਣੇ ਪੀਣ ਲਈ ਕਰੇਗਾ, ਆਪਣੇ ਤਨ ਦੇ ਮੈਲ ਨੂੰ ਧੋਣ ਲਈ ਕਰੇਗਾ,
ਆਪਣੇ ਘਰ ਦੀਆਂ ਲੋੜਾਂ ਦੀ ਪੂਰਤੀ ਲਈ ਪਾਣੀ ਵਰਤੇਗਾ, ਸੱਚ ਇਹ ਵੇ ਪਾਣੀ ਇਹਦੀ ਜ਼ਿੰਦਗੀ ਬਣੇਗਾ। ਇੱਕ ਦਿਨ ਪਾਣੀ ਨਾ ਮਿਲੇ ਤੇ ਬੰਦਾ ਪਰਿਵਾਰ ਵਿੱਚ, ਘਰ ਵਿੱਚ ਬੇਬਲਤਾ ਭੈ ਵਿੱਚ ਰਹਿਣ ਲੱਗ ਪੈਂਦਾ ਹੈ। ਬੜੀ ਮੁਸ਼ਕਲ ਹੈ ਉਹਦੇ ਲਈ। ਪਾਣੀ ਸੰਯਮ ਵਿੱਚ ਆਵੇ, ਸੱਚ ਇਹ ਵੇ ਉਹ ਜ਼ਿੰਦਗੀ ਹੈ। ਤੇ ਉਹੀ ਪਾਣੀ ਜਦੋਂ ਹੜ੍ਹ ਬਣ ਕੇ ਲੋਕਾਂ ਦੇ ਘਰਾਂ ਨੂੰ ਰੋੜ ਕੇ ਲੈ ਜਾਂਦਾ ਹੈ, ਆਪਣੇ ਕਿਨਾਰੇ ਤੋੜ ਕੇ ਦਰਿਆ ਲੋਕਾਂ ਦੀ ਸੰਪत्ति ਨੂੰ ਰੋੜ ਕੇ ਲੈ ਜਾਂਦਾ ਹੈ ਤਾਂ ਪਾਣੀ ਉਹੀ, ਪਰ ਆਪਾਂ ਕਹਿੰਦੇ ਇਸ ਪਾਣੀ ਨੇ ਤਬਾਹੀ ਕਰ ਦਿੱਤੀ। ਕਈ ਸਾਲਾਂ ਦੀ ਕੀਤੀ ਕੋਈ ਕਮਾਈ ਪਾਣੀ ਰੋੜ ਕੇ ਲੈ ਗਿਆ। ਮੇਰੀ ਇੱਕ ਬੇਨਤੀ ਹੈ, ਆ ਜੋ ਕੁਝ ਸਾਡੇ ਸਰੀਰ 'ਚ એનર્ਜੀ ਕਹਿ ਲੋ, ਊਰਜਾ ਸ਼ਬਦ ਵਰਤ ਲੋ, ਸੱਚ ਇਹ ਇਹਨੂੰ ਸੰਯਮ 'ਚ ਵਰਤਾਂਗੇ ਜ਼ਿੰਦਗੀ ਹੈ। ਇਹਨੂੰ ਸੰਯਮ 'ਚ ਬੰਦਾ ਲੋੜ ਅਨੁਸਾਰ ਵਰਤੇ ਤੇ ਇਹਦੇ ਵਿੱਚੋਂ ਉਸਾਰੂ ਬਿਰਤੀ ਤਰੱਕੀ ਹੈ। ਤੇ ਜਦੋਂ ਬੰਦਾ ਸੀਮਾ ਨੂੰ ਟੱਪ ਜਾਏ, ਇਹਦੇ ਇਹ ਵੇਗ, ਇਹ ਵਾਸ਼ਨਾਵਾਂ ਹੜ ਬਣ ਜਾਣ ਤੇ ਕਈ ਕਈ ਸਾਲਾਂ ਦੀ ਕੀਤੀ ਕੋਈ ਕਮਾਈ ਬੰਦੇ ਦੀ ਇੱਕ ਇੱਕ ਵਕਾਰ ਰੋੜ ਕੇ ਲੈ ਜਾਂਦਾ ਹੈ। એનર્ਜੀ ਹੈ, ਪਰ ਜਦੋਂ ਸੰਜਮ ਨੂੰ ਤੋੜ ਦੇਵੇ ਬੰਦਾ, ਉਦੋਂ ਉਹ ਤਾਕਤ ਅੰਦਰ ਨੂੰ ਖਤਮ ਕਰਕੇ ਰੱਖ ਦਿੰਦੀ ਹੈ। ਮੈਂ ਦੂਸਰੀ ਬੇਨਤੀ ਕਰਨ ਲੱਗਾ, ਸਿਰਫ ਬਾਹਰ ਦੀਆਂ ਉਦਾਹਰਨਾਂ ਨੇ, ਅਜੇ ਮੈਂ ਸ਼ੁਰੂਆਤ ਨਹੀਂ ਕੀਤੀ ਕਿ ਪੰਚ ਦੋਖ ਆਸਾਦ ਜਾਮੈ ਤਾਕੀ ਕੇ ਤੱਕ ਆਸ। ਦੇਖੋ ਅੱਗ ਹੈ, ਅੱਗ ਵੀ ਤਾਂ ਸਾਡੀ ਜ਼ਿੰਦਗੀ ਦਾ ਇੱਕ ਆਧਾਰ ਹੈ, ਇੱਕ ਜੀਵਨ ਹੈ। ਅੱਗ ਨਾਲ ਵੀ ਅਸੀਂ ਜੁੜੇ ਹਾਂ। ਸਾਡੇ ਸਰੀਰ ਵਿੱਚ ਅਗਨੀ ਹੈ ਜਿਹੜੀ ਭੋਜਨ ਨੂੰ ਪਚਾਉਂਦੀ ਪਈ ਹੈ। ਬਾਹਰ ਆਪਾਂ ਅੱਗ ਵਰਤਨੇ ਆ ਤੇ ਦੇਖੋ ਅੱਗ ਨਾਲ ਰਸੋਈ ਵਿੱਚ ਭੋਜਨ ਤਿਆਰ ਹੋ ਰਿਹਾ ਹੈ। ਤੇ ਅੱਗ ਕੀ ਹੈ? ਤਪਸ਼ੀ ਹੈ। ਉਹ ਅੱਗ ਕਿਸੇ ਰੂਪ ਚ ਹੋ ਸਕਦੀ, ਇਹ ਨਹੀਂ ਕਿ ਕੱਲੀ ਲਿਕਵਿਡ ਗੈਸ ਦੀ ਅੱਗ ਜਾਂ ਲੱਕੜਾਂ ਦੀ ਅੱਗ ਜਾਂ ਮੰਨ ਲਓ ਕਿ ਕਾਗਜ਼ ਇਕੱਠੇ ਕਰਕੇ ਬਾਲੀ ਅੱਗ। ਉਹ ਬਿਜਲੀ ਰਾਹੀਂ ਵੀ ਅੱਗ ਪੈਦਾ ਹੋ ਸਕਦੀ ਏ। ਉਹ ਸੱਚ ਇਹ ਵੀ ਯੂਰੇਨੀਅਮ ਰਾਹੀਂ ਵੀ ਅੱਗ ਪੈਦਾ ਹੋ ਸਕਦੀ ਏ। ਪਰ ਅੱਗ ਦਾ ਸੁਭਾਅ ਹੈ ਕਿ ਤਪਸ਼ ਪੈਦਾ ਕਰਨੀ। ਅੱਗ ਰਸੋਈ 'ਚ ਕੰਮ ਦਿੰਦੀ ਏ। ਅੱਗ ਫੈਕਟਰੀਆਂ ਵਿੱਚ ਵੱਡੇ ਵੱਡੇ ਜਿਹੜੀ ਧਾਤ ਤੇ ਮੈਟਲ ਨੂੰ ਢਾਲ ਕੇ ਪਾਣੀ ਬਣਾਉਂਦੀ ਪਈ ਏ। ਪਰ ਜਿੰਨੀ ਦੇਰ ਤੱਕ ਅੱਗ ਰਸੋਈ ਵਿੱਚ ਕੰਮ ਦਿੰਦੀ ਹੋਵੇ, ਸਾਡੇ ਜ਼ਿੰਦਗੀ ਦੇ ਵਿੱਚ ਉਸਾਰੂ ਪੱਖ ਅੱਗ ਦਾ ਹੋਵੇ, ਓਨੀ ਦੇਰ ਤੱਕ ਅੱਗ ਦੇ ਚੁੱਲ੍ਹੇ ਤੋਂ ਕੋਈ ਭੈ ਨਹੀਂ ਲੱਗਦਾ। ਪਰ ਜਦੋਂ ਉਹੀ ਅੱਗ ਕਿਤੇ ਬੇਮਰਿਆਦਾ ਹੋ ਜਾਏ, ਸੱਚ ਇਹ ਵੇ ਪੂਰੇ ਘਰ ਨੂੰ ਸਾੜ ਕੇ ਰਾਖ ਕਰ ਦਿੰਦੀ ਹੈ। ਸੰਯਮ ਵਿੱਚ ਵਰਤੀ ਜਾਣ ਵਾਲੀ ਅੱਗ ਉਹ ਜ਼ਿੰਦਗੀ ਹੈ, ਪਰ ਬੇਤਰਤੀਬੀ ਕੋਈ ਅੱਗ, ਸੱਚ ਇਹ ਵੇ ਉਹ ਘਰਾਂ ਦੀ ਕੀ ਗੱਲ ਕਿ ਸ਼ਹਿਰਾਂ ਦੇ ਸ਼ਹਿਰ ਸਾੜ ਕੇ ਰਾਖ ਕਰ ਦਿੰਦੀ ਹੈ। ਤੀਸਰੀ ਬੇਨਤੀ ਮੈਂ ਕਰਾਂ, ਪਵਨ ਸਾਨੂੰ ਸਵਾਸ ਦਿੰਦੀ ਹੈ, ਹਵਾ ਵਿੱਚੋਂ ਸਾਨੂੰ ਸਾਹ ਮਿਲਦਾ ਹੈ। ਪਰ ਉਹ ਹਵਾ ਜਿੰਨੀ ਥੋੜੀ ਥੋੜੀ ਰੁਮਕਦੀ ਰਹੇ, ਸਾਡੇ ਸਵਾਸ ਸਾਡੀ ਜ਼ਿੰਦਗੀ ਬਣੇਗੀ। ਪਰ ਜਦੋਂ ਕਿਤੇ ਹਵਾ ਦਾ ਤੂਫਾਨ ਆਉਂਦਾ ਹੈ, ਸੱਚ ਇਹ ਵੇ ਕਿ ਉਹ ਨਿੱਕਾ ਜਿਹਾ ਤੂਫਾਨ ਕਈ ਵਾਰੀ ਸੁਨਾਮੀ ਨੂੰ ਜਨਮ ਦਿੰਦਾ ਹੈ। ਤੇ ਜਦੋਂ ਸੁਨਾਮੀ ਜਨਮ ਲੈ ਲਏ ਤੇ ਕਈ ਵਾਰੀ ਮੁਲਕਾਂ ਦੇ ਮੁਲਕ ਇੱਕ ਖਿੰਨ ਵਿੱਚ ਤਬਾਹ ਕਰਕੇ ਰੱਖ ਦਿੰਦੀ। ਹਵਾ ਜ਼ਿੰਦਗੀ ਹੈ, ਪਰ ਬੇਤਰਤੀਬੀ, ਬੇਮਰਿਆਦਾ, ਸੰਯਮ ਨੂੰ ਉਲੰਘ ਕੇ ਜੇ ਕਿਤੇ ਹਵਾ ਚੱਲ ਪਵੇ ਤੇ ਜ਼ਿੰਦਗੀ ਤਬਾਹ ਹੋ ਜਾਏਗੀ। ਇਸੇ ਸੰਯਮ ਦਾ ਜ਼ਿਕਰ ਧੰਨ ਗੁਰੂ ਨਾਨਕ ਸਾਹਿਬ ਨੇ ਆਸਾ ਕੀ ਵਾਰ ਵਿੱਚ ਕੀਤਾ। ਕਹਿਣ ਲੱਗੇ, ਭੈ ਵਿੱਚ ਪਵਨ ਵਹੈ ਸਦਵਾਓ। ਕਿਸੇ ਭੈ ਵਿੱਚ ਕਹਿ, ਸੰਯਮ ਵਿੱਚ ਕਹਿ। ਭੈ ਵਿੱਚ ਪਵਨ ਵਹੈ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵਿਗਾਰ, ਭੈ ਵਿੱਚ ਧਰਤੀ ਦੱਬੀ ਪਹਾੜ। ਉਹਦੇ ਵਿੱਚ ਮੈਂ ਸਿਰਫ ਇੱਕ ਬੇਨਤੀ ਕਿ ਭੈ ਵਿੱਚ ਸੂਰਜ, ਭੈ ਵਿੱਚ ਚੰਦ, ਜਿਹੜੀ ਚੀਜ਼ ਆਪਣੀ ਚਾਲ ਤੋਂ ਉਖੜ ਗਈ ਨਾ, ਚੇਤੇ ਰੱਖਿਓ ਉਹਦਾ ਕੋਈ ਫਾਇਦਾ ਨਹੀਂ ਜੇ ਰਹਿੰਦਾ। ਇੱਕ ਨਿੱਕੀ ਜਿਹੀ ਘੜੀ ਤੋਂ ਲੈ ਕੇ ਆਪਾਂ ਆ ਤਾਰਿਆਂ ਸਿਆਰਿਆਂ ਤੱਕ ਦੇਖ ਲਈਏ, ਕਿਉਂਕਿ ਘੜੀ ਦੀ ਵੀ ਗਤੀ ਉਹ ਘੁੰਮ ਰਹੀ ਏ। ਗ੍ਰਹਿ ਵੀ ਤਾਂ ਆਪਣੇ ਧੁਰੇ ਤੇ ਘੁੰਮਦੇ ਪਏ ਨੇ ਕਿ ਉਹ ਘੜੀ ਦੀ ਤਰ੍ਹਾਂ ਆਪਾਂ ਜਦੋਂ ਕਹਿੰਦੇ ਆ 24 ਘੰਟਿਆਂ ਵਿੱਚ ਧਰਤੀ ਆਪਣਾ ਚੱਕਰ ਪੂਰਾ ਕਰਦੀ ਏ। ਪਰ ਚੇਤੇ ਰੱਖੋ, ਉਹਦੇ ਚੱਕਰ ਦੀ ਲਾਣ ਦਾ ਵੀ ਤਾਂ ਕੋਈ ਸਮਾਂ ਹੈ। ਜੇ ਘੜੀ ਦੇ ਪੁਰਜਿਆਂ ਵਿੱਚ ਬੇਤਰਤੀਬੀ ਆ ਜਾਏ ਤੇ ਘੜੀ ਬੰਦਾ ਲਾ ਕੇ ਪਰਾਂ ਸੱਟਦਾ। ਜੇ ਪੁੱਛੇ ਵੀ ਇਹ ਕਿਉਂ ਲਾ ਦਿੱਤੀ, ਉਹ ਕਹਿੰਦਾ ਸਹੀ ਅਰਥਾਂ ਵੀ ਦੱਸਾਂ, ਇਹਦੇ ਅੰਦਰ ਦਾ ਜਿਹੜਾ ਸਿਸਟਮ ਹੈ, ਇਹਦੇ ਅੰਦਰ ਦੀ ਜਿਹੜੀ ਚਾਲ ਹੈ, ਉਹ ਕਿਸੇ ਸੰਯਮ ਚੋਂ ਨਿਕਲ ਚੁੱਕੀ ਏ। ਇਹ ਸਹੀ ਵਕਤ ਨਹੀਂ ਦਿੰਦੀ। ਇੱਕ ਘੜੀ ਦਾ ਪੁਰਜਾ ਕਿਤੇ ਬੇਚਾਲਾ ਹੋ ਜਾਏ, ਸੰਯਮ ਤੋਂ ਨਿਕਲੇ, ਤਰਤੀਬ ਤੋਂ ਨਿਕਲੇ, ਤੇ ਉਹ ਵੀ ਕੰਮ ਨਹੀਂ ਦਿੰਦਾ। ਤੇ ਪਿਆਰਿਓ, ਇੱਕ ਗ੍ਰਹਿ,
एक तारा अपनी चाल तो उखड़ जाए, सच एवे वो भी टुट के चिनी चिनी हो जाता है। दूसरी बेनती, एक साइकिल तो लैके हवाई जहाज तक, क्योंकि जमीन ते आपां जे तुरने साइकिल देखा, हवाई जहाज तक जेड़ी चीज भावें मशीनी ए पुरजे ने, एक खिन किते चाल विचों उखड़ जान, सच एवे एक खिन दी उखड़ी कोई चाल एडे वड्डे शक्तिशाली मशीन नूं भी धरती ते सट के चिनी चिनी कर दिंदी है। कैंसर की है, हुण तां देखो बीमारी दी परमार इतनी कि ना मुराद बीमारी किसी नूं लग जाए ते बचा बहुत मुश्किल शब्द मैं वरते हैं, पर एक सैली बेतरतीबा हुंदा है। जे संयम विच रहे ते वो जिंदगी है। इसे शरीर विचों बाहरों तां किसी ने इंजैक्शन नहीं लाया कैंसर दा, सिर्फ इको सैल बेतरतीबा होया उन्हें एडा सोहना पलिया हुआ शरीर सच एवे कुछ दिनों विच सुका के खत्म कर दिता, क्योंकि संयम चों निकल जाए। हुण जिहड़े आ पंज जिन्हों आपां वकार कहने हैं कि इन्हां तो बिना संसार चल सकेगा, कि इस एनर्जी इस ताकत तो बिना इस शक्ति तो बिना बंदे दी जिंदगी है। मैं गुरु ग्रंथ साहिब दी बाणी विचों जो शुरुआत की, देखो रविदास साहिब ने पहला शब्द जो अपनी रचना च वरत्या वो मिर्ग वरत्या। सुनना कोई माड़ी गल नहीं प्यारिओ, सुन नाल ही तां ध्यान लगदा है, ये एनर्जी कोई माड़ी नहीं। गुरु ग्रंथ साहिब जी ने बचन कीते कि गुरु के सिखा तू बाणी सुन, जे बाणी सुनेगा सच एवे कि तेरे अंदर नू परमात्मा दी कृपा मिलेगी, तेरे दो कट्टे जाणगे। सुनने वाली ताकत माड़ी नहीं, पर कदों माड़ी बनदी असीं ये बाणी चो देखांगे। सतगुरु ने कहा मिर्ग भी सुनदा है, पर विचारे नू सुनना रोग बन गया, ओदा सुनना दोख बन गया, ओदा सुनना संयम टुट गया। सतगुरु ने कहा सुनना कोई माड़ी गल नहीं, दुख रोग संताप उतरे। किवें उतरे भाई? सुनी सच्ची बाणी, कमाल दी गल। ये सुनी ते दुख कट्टे गए, रोग कट्टे गए, संताप कट्टे गए, दुख रोग संताप उतरे। सुनी सच्ची बाणी, संत साजन भय सरसे पूरे गुरते जानी। मैं शब्द सरसे वरते है, आम तौर पर सरसे पढ़िया जाता है, प्रचलित शब्द है। सरसे दा दो शब्द ने, रस सहित, जिहड़ा रस नाल भरिया है। चार पौड़ियां गुरुदेव ने कलियां सुन दियां दित्तियां। सुनना कोई माड़ा नहीं, मैं इस करके क्योंकि असी कला निंदिया करन लग पई, ओए एनर्जी माड़ी जे, ओए इन्हें तबाही कर दित्ती, इन्हें नरक सड़ दिता, क्योंकि असी गुरु साहिब दी बाणी दे बवेक दे दीवे नूं लैके देखिए। सतगुरु ने चार पौड़ियां सुनिया दियां कियां, जिन्हों सुन दी जांच आ गई सच एवे वो तां संत बन गया। सतगुरु ने शब्द वरते कि सुनिए सिद्ध पीर सुरनाथ, सुनिए धरत धवल आकाश, सुनिए दीप लो पाताल, सुनिए पो न सकै काल, नानक भगता सदा विगास, सुनिए दुख पाप का नाश। चारा पौड़ियां विच एक तुक चार बारी कही कि सुनिए दुख पाप का नाश। महाराज जी ने क्या सुनना रब दी एक दात है। एक होर तीजा प्रमाण दे दिया, गुरु ग्रंथ साहिब कहते ने कदी बंदगी करने वाले नूं मिल, एक काम करी, बोलण दी थां पहला सुन दा यतन कर। पर आम तौर ते बंदे नूं बोलण दी आदत है। मैं पिछे एक बेनती करना है कि करदा आया, जदों कई बारी किते भरे कोई भांडे नूं मिलदा है कोई, ते अक्सर साडे बंदे इंटरव्यू लैण जांदे ने, एक ऐसा है जिहो जी भावना लैके जांदे ने वो कुछ अगों मिलदा है। बाबा जी ने कहा जैसी मनसा तैसी दशा, तेरे हालात जिंदगी दे बन के जेड़ तेरे मन दे फुरने। पर महाराज जी ने कहा पहला सुनना शुरू कर, संत मिलै किच सुनिए कहिए, पहला सुन। सच एवे जिदन साडा जन्म होया है, सानू तां बोलण दी जाच तां ही जे रब ने सुन दी एनर्जी दित्ती सी। सुनिया ते बोलना है, सुनना कोई माड़ा नहीं। पर मिर्ग विचारा संयम तोड़ बैठा, वो इन्ना कुछ सुन पिछे मस्त हो गया कि सच एवे सुनना ही ओदी मौत बन गया। मेरे गुरु ने कहा बाणी सुन, कीर्तन सुन, शब्द सुन, सुन वड भागिया हर अमृत बाणी राम। पर एक काम करी, इस एनर्जी नूं तबाह ना कर लई। वो केड़ी है? कहन लगे प्यारिया चेते रखी, मेरे मोहन
ਸਰਵਣੀ ਇਹ ਨਾ ਸੁਣਾਏ, ਮੇਰੇ ਕੰਨਾਂ ਵਿੱਚ ਇਹ ਆਵਾਜ਼ ਨਾ ਪੈ ਜਾਏ। ਕਿਉਂ? ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। ਸਾਕਤਾਂ ਦੇ ਗੀਤ ਤੇ ਸਾਕਤਾਂ ਦੀਆਂ ਧੁਨਾਂ ਮੇਰੇ ਕਿਤੇ ਕੰਨਾਂ 'ਚ ਨਾ ਪੈ ਜਾਣ, ਕਿਉਂਕਿ ਉਹ ਸਰੋਤ ਮੇਰੀ ਜ਼ਿੰਦਗੀ ਨੂੰ ਤਬਾਹ ਕਰ ਸਕਦੀ ਹੈ। ਉਹ ਮਿਰਖ। ਮੇਰੀ ਬੇਨਤੀ ਸੁਣਿਓ ਥੋੜੇ ਜਿਹਾ ਟੇਕੇ, ਮੈਂ ਕਹਿ ਕੀ ਰਿਹਾ ਹਾਂ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸੁਣਨਾ ਮਾੜਾ ਕੰਮ ਨਹੀਂ। ਅਜੇ ਮੈਂ ਪੰਜਾਂ ਦੀ ਗੱਲ ਨਹੀਂ ਸ਼ੁਰੂ ਕੀਤੀ। ਇਹ ਸ਼ਬਦ ਬਹੁਤ ਗਹਿਰਾਈ ਵਾਲਾ ਹੈ, ਕਿਉਂਕਿ ਇਸ ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ਜਦੋਂ ਅਸੀਂ ਵਾਚਾਂਗੇ ਤੇ ਗੁਰਦੇਵ ਕਹਿੰਦੇ ਨੇ ਕਮਾਲ ਦੀ ਗੱਲ ਕਿ ਬੰਦੇ ਕੋਲ ਵਿਵੇਕ ਨਹੀਂ, ਮੱਤ ਖੋਣ ਦੇ ਬਾਵਜੂਦ ਵੀ ਮੈਲਾ ਹੋ ਗਿਆ ਹੈ। ਹੁਣ ਦੂਸਰੀ ਬੇਨਤੀ ਕਿ ਭਗਤ ਜੀ ਨੇ ਦੂਜਾ ਸ਼ਬਦ ਵਰਤਿਆ ਮੀਲ, ਮੱਛੀ। ਜੀਵ ਦਾ ਰਸ ਕੋਈ ਮਾੜਾ ਨਹੀਂ। ਵਾਹਿਗੁਰੂ ਕਿਰਪਾ ਕੀਤੀ, ਮੈਂ ਕੱਲ ਅਰਜ਼ ਕੀਤੀ, ਇਸ ਟੁਕੜੇ ਨੂੰ ਰਸ ਦੀ ਦਾਤ ਦਿੱਤੀ। ਪਰ ਇਹ ਰਸਨਾ ਜਦੋਂ ਸੰਯਮ ਤੋੜਦੀ ਏ, ਸੱਚ ਇਹ ਉਦੋਂ ਦੋ ਕੰਮ ਕਰਦੀ ਏ। ਇਹ ਮੈਂ ਸ਼ਬਦ ਦੁਹਰਾਉਣ ਲੱਗਾ ਵਾਂ। ਜਦੋਂ ਸਾਡੀ ਜ਼ਬਾਨ ਸੰਯਮ ਤੋੜਦੀ ਏ ਬੋਲਣ ਦਾ, ਜਦੋਂ ਸਾਡੀ ਰਸਨਾ ਸੰਯਮ ਤੋੜਦੀ ਏ ਖਾਣ ਦਾ, ਖਾਣ ਦਾ ਸੰਯਮ ਤੋੜੇ ਤੇ ਸਰੀਰ ਦੀ ਬਿਮਾਰੀ ਜਨਮ ਲੈਂਦੀ ਏ। ਬੋਲਣ ਦਾ ਸੰਯਮ ਬੰਦੇ ਦਾ ਟੁੱਟ ਜਾਏ ਤੇ ਸੱਚ ਵੇ ਕਲੇਸ਼ ਦਾ ਜਨਮ ਹੋ ਜਾਂਦਾ ਹੈ। ਜਦੋਂ ਲਗਾਤਾਰ ਬੋਲਦਾ ਹੈ, ਬਿਨਾਂ ਕਿ ਸੋਚਿਆ ਬੋਲ ਰਿਹਾ ਹੈ, ਉਹ ਬੋਲ ਵੱਡੀ ਤੋਂ ਵੱਡੀ ਲੜਾਈ ਨੂੰ ਜਨਮ ਦਿੰਦਾ ਹੈ। ਦੁਰਯੋਧਨ ਪਾਂਡਵਾਂ ਦੇ ਮਹੱਲ 'ਚ ਹੀ ਗਿਆ ਸੀ। ਇੱਕ ਬੋਲ ਹੀ ਹੈ ਜਿਹਨੇ ਏਡੇ ਵੱਡੇ ਸੱਚ ਇਹ ਯੁੱਧ ਨੂੰ ਜਨਮ ਦਿੱਤਾ। ਮੈਂ ਸਿਰਫ ਬੇਨਤੀ ਕਰ ਲੱਗਾ, ਮਹੱਲ ਇਸ ਢੰਗ ਦਾ ਬਣਾਇਆ ਸੀ ਜਿੱਥੇ ਦਰਵਾਜ਼ਾ ਦਿਸਦਾ ਸੀ ਉੱਥੇ ਦੀਵਾਰ ਸੀ, ਜਿੱਥੇ ਦੀਵਾਰ ਨਜ਼ਰ ਆਉਂਦੀ ਸੀ ਉੱਥੇ ਦਰਵਾਜ਼ੇ ਸਨ, ਜਿੱਥੇ ਪਾਣੀ ਸੀ ਉੱਥੇ ਧਰਤੀ ਸੀ, ਜਿੱਥੇ ਧਰਤੀ ਸੀ ਦਰਅਸਲ ਉੱਥੇ ਪਾਣੀ ਸੀ। ਉਹ ਗਿਆ, ਉਹਨੇ ਅਚਨਚੇਤ ਸਾਹਮਣੇ ਦੇਖਿਆ ਜ਼ਮੀਨ, ਪਰ ਉਹ ਜ਼ਮੀਨ ਨਜ਼ਰ ਜਿਹੜੀ ਆ ਰਹੀ ਸੀ, ਪੈਰ ਪਾਇਆ ਤੇ ਪਾਣੀ 'ਚ ਡਿੱਗ ਪਿਆ। ਨਿਕਲਿਆ ਬਾਹਰ ਤੇ ਜਿਹੜਾ ਦਰਵਾਜ਼ਾ ਦਿਸ ਰਿਹਾ ਸੀ, ਦਰਵਾਜ਼ੇ 'ਚ ਲੰਘਣ ਲੱਗਾ ਤੇ ਅੱਗੋਂ ਦੀਵਾਰ ਸੀ, ਦੀਵਾਰ 'ਚ ਮੱਥਾ ਵੱਜਾ ਤੇ ਦ੍ਰੋਪਦੀ ਨੇ ਇੰਨੇ ਹੀ ਸ਼ਬਦ ਕਿਹਾ, ਅੰਧ ਕੇ ਅੰਧ ਰਹੇ ਕਿ ਅੰਨੇ ਦਿਆ ਤੂੰ ਅੰਨਾ ਹੀ ਰਿਹਾ ਹੈ। ਬਸ ਇੱਕ ਨਿੱਕੇ ਜਿਹੇ ਬੋਲ ਨੇ ਕਿੱਡੇ ਵੱਡੇ ਬਖਾਦ ਨੂੰ ਜਨਮ ਦਿੱਤਾ। ਮੈਂ ਬੇਨਤੀ ਕਰਾਂ ਕਿ ਸਰੀਰ ਤੇ ਲੱਗੇ ਕੋਈ ਸੱਟ, ਗੋਲੀ ਦੇ ਨਿਸ਼ਾਨ ਭਰੇ ਜਾਣਗੇ, ਤਲਵਾਰ ਦੇ ਨਿਸ਼ਾਨ ਭਰੇ ਜਾਣਗੇ। ਸੱਚ ਇਹ ਕਿ ਨੇਜ਼ੇ ਤੇ ਤੀਰਾਂ ਦੇ ਨਿਸ਼ਾਨ ਭਰੇ ਜਾਣਗੇ, ਪਰ ਜੇ ਕਿਤੇ ਜ਼ਬਾਨ ਕਬੂਲ ਬੋਲ ਦੇਵੇ, ਹਰ ਚੀਜ਼ ਭੁੱਲੀ ਜਾ ਸਕਦੀ ਹੈ। ਪਰ ਬੰਦੇ ਨੂੰ ਕਈ ਵਾਰੀ ਅੰਦਰ ਲੱਗੇ ਕੋਈ ਕਬੂਲਾਂ ਦੇ ਜ਼ਖਮ ਨਹੀਂ ਜੇ ਭੁੱਲਦੇ। ਰਸਨਾ ਕੋਈ ਮਾੜੀ ਨਹੀਂ, ਬੋਲਣਾ ਚੰਗੀ ਗੱਲ ਹੈ। ਤਾਂ ਜੇ ਇਹ ਨਾ ਬੋਲੇਗੀ, એનર્ਜੀ ਨਹੀਂ ਹੋਵੇਗੀ ਤੇ ਕਿਵੇਂ ਨਾਮ ਜਪਾਂਗੇ? ਮੈਂ ਅੱਗੇ ਵੀ ਅਰਜ਼ ਕਰਨਾ, ਕਾਮ ਨੂੰ ਕਿਵੇਂ ਕਨਵਰਟ ਕਰੀਏ, ਕ੍ਰੋਧ ਨੂੰ ਕਿਵੇਂ ਚੇਂਜ ਕਰੀਏ, ਲੋਭ ਕਿਵੇਂ ਚੇਂਜ ਹੋ ਜਾਏ? ਕਿਉਂਕਿ ਤਾਕਤ ਮਾੜੀ ਨਹੀਂ, ਪਰ ਦੁਰਵਰਤੋਂ ਹੀ ਬੰਦਾ ਕਰ ਲੱਗ ਪਵੇ ਤੇ ਮਾੜੀ ਬਣ ਜਾਂਦੀ ਹੈ। ਬੋਲ ਮਾੜਾ ਨਹੀਂ। ਤਾਂ ਹੀ ਸਤਿਗੁਰੂ ਨੇ ਕਿਹਾ ਜੇ ਬੋਲ ਹੈ ਤੇ ਤਾਂ ਤੂੰ ਜਪੇਗਾ। ਬਾਰੰਗ ਬਾਰ ਬਾਰ ਪ੍ਰਭ ਜਪੀਏ, ਬਾਰੰਗ ਬਾਰ ਤਾਂ ਜਪਿਆ ਜਾਏਗਾ ਜੇ ਸਾਡੇ ਬੋਲ ਹੋਣਗੇ ਤਾਂ। ਦੂਸਰੀ ਬੇਨਤੀ ਮੈਂ ਕੀਤੀ, ਰਸ, ਜੀਵ ਦਾ ਰਸ ਮੱਛੀ ਨੂੰ ਲੱਗ ਗਿਆ। ਕੱਲ ਅਸੀਂ ਇਹ ਪੜ੍ਹਿਆ ਸੀ ਕਿ ਉਹਨੇ ਸਿਰਫ ਇੱਕ ਕੁੰਡੀ ਮਾਸ ਦੇ ਨਾਲ ਪਰੋ ਕੇ ਮਾਸ ਤੇ ਕੁੰਡੀ ਪਾਣੀ ਸੱਟੀ, ਜਾਂ ਜਾਲ ਸੱਟਿਆ ਕੁਝ ਮਾਸ ਦੇ ਟੁਕੜੇ ਸੱਟ ਕੇ, ਤੇ ਜੀਵ ਇੱਕੋ ਜੀਵ ਦਾ ਸਵਾਦ, ਅੱਤ ਦੀ ਚੰਚਲ ਮੱਛੀ ਕੁੰਡੀ ਵਿੱਚ ਫਸ ਗਈ, ਉਹਦੇ ਟੁਕੜੇ ਹੋ ਗਏ। ਗੁਰਦੇਵ ਕਹਿੰਦੇ ਨੇ ਰਸਨਾ ਦਾ ਰਸ ਵਾਲਾ ਗੁਣ ਮਾੜਾ ਨਹੀਂ, ਤੂੰ ਭੋਜਨ ਛਕਣਾ ਤੇਰੇ ਨਾਲ ਰਸ ਬਣਦਾ ਹੈ। ਪਰ ਸੱਚ ਇਹ ਜਦੋਂ ਤੈਨੂੰ ਰਸ ਦੁਰਵਰਤੋਂ ਕਰਨਾ ਹੈ, ਉਦੋਂ ਇਹ ਜ਼ਬਾਨ ਕਈ ਵਾਰੀ ਤੇਰੀ ਜ਼ਿੰਦਗੀ ਦਾ ਰਸਾਂ ਕਰਕੇ ਵੀ ਤਬਾਹ ਕਰ ਜਾਂਦੀ ਹੈ। ਹਜ਼ੂਰ ਨੇ ਬਾਣੀ 'ਚ ਕਿਹਾ ਰਸਨਾ ਮਾੜੀ ਨਹੀਂ, ਕਿ ਰਸਨਾ ਜਪੀਏ ਏਕ ਨਾਮ, ਇਹਾਂ ਸੁਖ ਆਨੰਦ ਘਣਾ ਆਗੈ ਜੀ ਕੈ ਸੰਗ ਕਾਮ। ਜਾਂ ਗੁਰਦੇਵ ਨੇ ਕਿਹਾ ਕਿ ਰਸਨਾ ਦੇ ਨਾਲ, ਰਸਨਾ ਗੁਣ ਗੋਪਾਲ ਨਿਧ ਗਾਇਨ, ਸ਼ਾਂਤ ਸਹਿਜ ਰਹਸ ਮਨ ਉਪਲਿਓ ਸਗਲੇ ਦੁਖ ਪਲਾਇਨ। ਰਸਨਾ ਮਾੜੀ ਨਹੀਂ, ਪਰ ਜਦੋਂ ਜੀਵ ਦਾ ਚਸਕੋਲਾ ਬੰਦਾ ਆਪਣੀ ਜੀਵ ਦੇ ਸਵਾਦ ਲਈ ਜਾਂਦਾ ਹੈ। ਮੈਂ ਕਈ ਬੰਦੇ ਐਸੇ ਦੇਖੇ ਉੱਥੇ ਦੇਸ਼ ਵੀ, ਡਾਕਟਰ ਕਹਿ ਦਿੰਦਾ ਮਰ ਜਾਏਗਾ ਜੇ ਤੂੰ ਇਹ ਕੁਝ ਖਾਦਾ,
उस कमाल की गल, निक्का जिहा जीव का टुकड़ा काबू नहीं आउंदा। वो कहते हैं मौत परवाने पर जीव का रस नहीं छड़ सकते। दुर्वरतों हो गई। भगत जी ने कहा कि मच्छी विचारी मर गई सिर्फ जीव की दुर्वरतों करके। अगला है भृंग। भृंग शब्द है भवरा। आ गंध विच भी बड़ी ताकत है। समैल का पता ही तां लगता है कि जे साडी नासका वाली ये एनर्जी काम करदी। पर यह गल जरूर, रब ने कुछ जीव ऐसे ने कि जिन्हां नूं साडी नासका दे गुण नालों वध गुण दिता है। आ जदों कुत्ता लैके किते एडा तरक्की वाला मुल्क है, ते जदों किते सिक्योरिटी वाले एयरपोर्ट ते देखने कुत्ता हाथ च पकड़िया है, वो बैग, वो अटैची, वो पर्स सब कुछ सुंघदा पिया है। ਇਹਦਾ मतलब ਬੰਦੇ ਨੂੰ समझ पै गई कि मेरे गंद वाले गुण नाल ਇਹਦੇ ਕੋਲ ताकत ज्यादा है। ਇਹਨੂੰ सिखाया जाए तो नासका नाल सूंघ के दसदा कि ਇਹਦੇ ਵਿੱਚ ਕੀ ਪਿਆ ਹੋਇਆ। सिर्फ एक गुण है रब ने दिता। मैं बेनती करा, इस गंद का संबंध भवरा मस्त हो गया। अगे जदों मैं काम का जिक्र करना है, काम केवल स्पर्शता का नाम नहीं। एक ग्रंथ है विचारमाला संस्कृत का, पाष्टिका होए, ਉਹਦੇ ਵਿੱਚ ਕਹਿੰਦੇ 8 अंग ने काम दे बंदा किस किस ढंग नाल काम की पूर्ति सवेरे तो शाम तक करता है। ਉਹਦੇ ਵਿੱਚ नासका भी मन्नी है, गंध भी अंदर नूं उत्तेजित करती है। ते अगे बेनती करा, पूरे दा पूरा जोर बंदे दा सच इस वासना ने तबाह करके रख दिता। पूरा जोर इत्थे लग गया इंसान का। हुण गंध माड़ी नहीं प्यारिओ, नाम की भी सुगंधी है। एक बार दास ने अर्ज की सी कि श्रीमान भाई साहब भाई वीर ਸਿੰਘ हुणी, उन्होंने एक सज्जन एक मित्र आए सन, ते उन्होंने विद्या करने वास्ते भाई साहब हुणी स्टेशन ते गए। ते जदों वो गलवकड़ी मिले ते उस वक्त उस सज्जन ने मिलन तो बाद एक शब्द क्या, ट्रेन चढ़न तो पहला कहंदा, भाई साहब तुसी इन्नी सादगी च रहने वाले, तुसी भी अतर फलेला सेंट लांदे हो। उन्हें क्या ना, कह लगे मैं तुहाडे नेड़े लगा ते तुहाडे शरीर विचों सुगंधी आ रही है, पर मैं ये कदी सुगंधी पहला कदी सूंघी नहीं। कहते भाई साहब दे नेत्र बंद हो गए। उन्होंने जीवन च दर्ज है, नेत्र बंद हुए। उन्हें क्या दसो किते भुलेखे ना लगी। कहते सच एवे, ये सुगंधी संसार दे अतर फुलेल दी नहीं, ये सुगंधी तो गुरु ने नाम दे नापे विचों पैदा की है। असी कहांगे जी हो सकता है? महाराज कहते अंदर मुश्क झकोलिया कीमत कही ना जाए। सुगंधी है नाम दी, पर यही नासका कदी उन्होंने सूंघे पर सुख मिल सकता है। मैं बेनती करा, भवरे नूं सिर्फ एक रोग लगा, उन्होंने गंध दा, ओदी जिंदगी तबाह हो गई। उस तो अगे आ गया पतंगा भंबट, उन्होंने सिर्फ एक रोग लगा देखण दा, अखां दा। ते सच एवे कि सब तो ज्यादा बंदे दे अंदर जिहड़ी खलबल पैदा करदियां ने, वो अखां देखण तो बाद ही अंदर खलचल पैदा हुंदी। उन्हें देखिया दीवे दी लाट नूं, चानण नूं देखदा ते सुख सी, पर जदों उस चानण तो अपने संयम नूं तोड़ बैठा ते दीवे दी लाट ने उस सच एवे परवाने नूं, उस पतंगे नूं साड़ के राह कर दिता। सिर्फ एक है, हाथी है, उन्होंने सिर्फ स्पर्श का रोग, चमड़ी का रोग। प्यारिओ, एक रोग ने उसकी जिंदगी तबाह कर दी। अगे भगत जी ने क्या, हुण 5, जदों 5 की गिनती आपां शुरू करांगे ते सब तो पहला गल काम की चलती है। ते मैं कल एक तुहाडे तो खिमा मंगी सी कि मैं शब्दां दे दायरे विच रह के ते सभ्यक शब्द वरत के मैं यतन करांगा कि इन्हां 5 नूं मैं गुरु ग्रंथ साहिब दे शब्द विच रह के आप नाल सांझ पा सकां। काम देखो, उत्पत्तिता एक साधन है, ये परमात्मा दी दिती कोई एनर्जी है। काम दे 2 रूप ने, एक वासना है ते दूजा प्रेम है। जदों ये वासना रूप हो के बंदे दे अंदर प्रवृत्त हुंदा है,
ਉਦੋਂ ਬੰਦੇ ਦੀ ਬੋਡੀ ਨੂੰ ਗਾਲਦਾ ਹੈ। ਤੇ ਜਦੋਂ ਇਹ ਪ੍ਰੇਮ ਬਣ ਜਾਂਦਾ ਹੈ, ਸੱਚ ਇਹ ਵੇ ਕਿ ਉਹ ਕਾਮ ਦੀ ਵਾਸ਼ਨਾ ਬੰਦੇ ਦੀ ਸੁਰਤ ਨੂੰ ਸੱਟ ਦਿੰਦੀ ਹੈ। ਜਦੋਂ ਪ੍ਰੇਮ ਬਣਦਾ ਹੈ ਤੇ ਸੁਰਤ ਉੱਠਦੀ ਹੈ, ਇਹੀ એનર્ਜੀ ਰਾਮ ਰਸ ਬਣ ਜਾਂਦੀ ਹੈ। ਕਾਮ ਰਸ ਤੋਂ ਰਾਮ ਰਸ ਬਣਦੀ ਹੈ। ਪਰ ਗੁਰੂ ਗ੍ਰੰਥ ਸਾਹਿਬ ਦਾ ਬਹੁਤ ਸਾਰਾ ਹਿੱਸਾ ਇਸ ਵਿਸ਼ੇ ਦੀ, ਇਸ ਵਕਾਰ ਦੀ ਬਹੁਤ ਵਿਆਖਿਆ ਕਰਦਾ ਹੈ। ਦੇਖੋ, ਬੀਜ ਕਰੂਪ ਹੁੰਦਾ ਹੈ, ਪਰ ਫੁੱਲ ਜਦੋਂ ਉਹਦੇ ਚੋਂ ਜਨਮ ਲੈਂਦਾ ਤੇ ਲੋਕ ਉਹਨੂੰ ਆਪਣੇ ਨਾਸਕਾਂ ਨਾਲ ਲਾਉਂਦੇ ਨੇ। ਮੇਰੀ ਆਪ ਬੇਨਤੀ ਸਮਝੋਗੇ, ਤੁਸੀਂ ਪੜ੍ਹੇ ਲਿਖੇ ਸੱਜਣ ਬੈਠੇ ਹੋ। ਕੱਲ ਮੈਂ ਸ਼ਬਦ ਵਰਤਿਆ ਸੀ, ਪਾਣੀ ਮੈਲਾ। ਬੀਜ ਕਰੂਪ ਹੈ, ਪਰ ਉਸ ਕਰੂਪ ਬੀਜ ਨੂੰ ਸੱਟ ਨਾ। ਚੇਤੇ ਰੱਖੀ, ਉਸ ਬੀਜ ਵਿੱਚ ਵੀ ਇੱਕ ਖਿੜਾਓ, ਇੱਕ ਫੁੱਲ, ਇੱਕ ਹੁਸਨ, ਇੱਕ ਕੋਮਲਤਾ ਲੁਕੀ ਹੋਈ ਹੈ। ਕਰੂਪ ਬੀਜ ਵਿੱਚੋਂ ਵੀ ਕੀਮਤੀ ਖੇੜੇ ਵਾਲੇ ਫੁੱਲ ਨਿਕਲਦੇ ਨੇ, ਜਿਹਨੂੰ ਮੈਲਾ ਪਾਣੀ ਕਿਹਾ ਜਾਂਦਾ ਹੈ। ਸੱਚ ਇਹ ਵੇ, ਇਹਦੇ ਵਿੱਚੋਂ ਵੀ ਖਿੜੇ ਹੋਏ ਸੰਤਾਨ ਦੀ ਜਨਮ ਹੁੰਦੀ ਹੈ। ਉਸੇ ਮੈਲੇ ਬੀਜ ਦੇ ਵਿੱਚੋਂ ਕਦੀ ਕੋਈ ਧਰਮਾਤਮਾ ਬਣ ਜਾਂਦਾ ਹੈ, ਕੋਈ ਸੰਤ ਬਣ ਜਾਂਦਾ ਹੈ, ਕੋਈ ਸੂਰਮਾ ਬਣ ਜਾਂਦਾ ਹੈ, ਕੋਈ ਫਿਲੋਸਫਰ ਬਣ ਜਾਂਦਾ ਹੈ, ਕੋਈ ਵਿਦਵਾਨ ਬਣ ਜਾਂਦਾ ਹੈ। ਬੀਜ ਕਰੂਪ ਦਿਸਦਾ, ਪਰ ਇਸ ਕਰੂਪਤਾ ਵਿੱਚ ਵੀ ਸਰੂਪਤਾ ਲੁਕੀ ਹੋਈ ਹੈ। ਥੋੜਾ ਜਿਹਾ ਫਿਰ ਸਮਝਣ ਲਈ, ਇਹ એનર્ਜੀ ਬੰਦੇ ਦੇ ਸਰੀਰ ਨੂੰ ਬਣਾਉਂਦੀ ਹੈ। ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਹੁੰਦਾ ਹੈ, ਗੁਰਦੇਵ ਨੇ ਫਰਮਾਇਆ ਕਿ ਹਰ ਨਾਰੀ ਦੇ ਵਿੱਚ ਪੁਰਖ ਹੈ, ਹਰ ਪੁਰਖ ਦੇ ਵਿੱਚ ਨਾਰੀ ਹੈ। ਧੰਨ ਗੁਰੂ ਗ੍ਰੰਥ ਸਾਹਿਬ 'ਚ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਬਚਨ ਨੇ। ਹਜ਼ੂਰ ਕਹਿੰਦੇ ਨੇ, ਹਰ ਇੱਕ ਦੇ ਅੰਦਰ ਉਹ ਬੀਜ ਵਿਕਸਿਤ ਹੈ, ਉਹ ਆਪਣਾ ਕੰਮ ਕਰ ਰਿਹਾ ਹੈ। ਪਰ ਜਦੋਂ ਲੋਕ ਇਹਦੀ ਦੁਰਵਰਤੋਂ ਕਰਦੇ ਨੇ, ਸੱਚ ਇਹ ਵੇ, ਇਹ એનર્ਜੀ, ਇਹ ਸ਼ਕਤੀ, ਇਹ ਤਾਕਤ ਕੱਲੇ ਸਾਡੇ ਕੋਲ ਨਹੀਂ। ਇਹ ਸ੍ਰਿਸ਼ਟੀ ਦੇ ਵਿਕਾਸ ਲਈ ਪਰਮਾਤਮਾ ਨੇ ਸਭ ਨੂੰ ਦਿੱਤੀ ਹੈ। ਕਿ ਇਹ ਪਸ਼ੂ ਕੋਲੇ ਇਹ ਤਾਕਤ ਨਹੀਂ, એનર્ਜੀ ਨਹੀਂ। ਆ ਖਿੜੀ ਕੋਈ ਬਨਾਸਪਤੀ ਨੂੰ ਵੀ ਰੱਬ ਨੇ ਇਹ એનર્ਜੀ, ਇਹ ਤਾਕਤ ਦਿੱਤੀ ਹੋਈ ਹੈ। ਪੰਛੀਆਂ ਕੋਲ ਇਹ ਤਾਕਤ ਹੈ, ਨਿੱਕੇ ਨਿੱਕੇ ਕੀੜਿਆਂ ਕੋਲੇ ਤਾਕਤ ਹੈ। ਇੱਥੋਂ ਤੱਕ ਕਿ ਜ਼ਮੀਨ ਤੇ ਰੇਂਗਣ ਵਾਲੇ ਜਿਹੜੇ ਜ਼ਹਿਰੀਲੇ ਕੀੜੇ ਨੇ, ਪਰਮਾਤਮਾ ਨੇ ਇਹ ਤਾਕਤਾਂ ਉਹਨਾਂ ਵਿੱਚ ਵੀ ਪੈਦਾ ਕੀਤੀ। ਪਰ ਜਦੋਂ ਬੰਦਾ ਸੰਜਮ ਦੀ ਖੱਦ ਟੱਪਦਾ ਹੈ, ਉਦੋਂ ਸੱਚ ਇਹ ਵੇ ਤਬਾਹੀ ਵਾਲੇ ਪਾਸੇ ਤੁਰ ਪੈਂਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਅੰਮ੍ਰਿਤ ਬਚਨ ਕਹੇ ਨੇ, ਉਹ ਮੈਂ ਸ਼ੁਰੂਆਤ ਕਰਨ ਲੱਗਾ ਸ਼ਲੋਕ ਸਹਿਸਕ੍ਰਿਤੀ ਤੋਂ। ਕਾਮੀ ਇਨਸਾਨ, ਵਾਸ਼ਨਾ ਵਿੱਚ ਗਰਸਿਆ ਹੋਇਆ ਇਨਸਾਨ, ਉਹਦੇ ਗੁਣ ਐਸਤਾ ਐਸਤਾ ਸੜਦੇ ਨੇ। ਇਹ ਕਿਸ ਕਿਸ ਤਰੀਕੇ ਨਾਲ ਬੰਦੇ ਤੇ ਅਸਰ ਕਰਦਾ ਹੈ। ਗੁਰੂ ਸਾਹਿਬ ਦਾ ਸ਼ਲੋਕ ਹੈ, ਹੇ ਕਾਮੰ ਨਰਕ ਵਿਸ਼ਰਾਮੰ ਬਹੁ ਜੋਨੀ ਪਰਮਾਵਣੈ। ਭਾਵੇਂ ਦੇਖੋ ਬੜੇ ਦਾਰਸ਼ਨਿਕ ਪੈਦਾ ਹੋਏ, ਮੈਂ ਇੱਕ ਬੇਨਤੀ ਕਰਾਂ, ਜਿਤਨਾ ਮਰਜੀ ਗ੍ਰੰਥ ਪੜ੍ਹੀਏ, ਅਸੀਂ ਕਿਸੇ ਹੋਰ ਰਾਈਟਰ ਦੀਆਂ ਕਿਤਾਬਾਂ ਪੜ੍ਹੀਏ, ਪਰ ਕਦੀ ਵੀ ਕੋਈ ਚੀਜ਼ ਪੜ੍ਹਨ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਅੱਗੇ ਨਾ ਲਿਜਾਇਓ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਸਾਡਾ ਸ਼੍ਰੋਮਣੀ ਗਿਆਨ ਹੈ। ਇਸ ਤੋਂ ਅੱਗੇ ਸਾਡੇ ਕੋਲ ਜਿੰਨਾ ਮਰਜੀ ਕਿ ਹੋਵੇ, ਭਾਵੇਂ ਫਰਾਇਡ ਨੇ ਬਹੁਤ ਕੁਝ ਲਿਖਿਆ ਕਾਮ ਬਾਰੇ, ਜਿਹੜੇ ਮਨੋਵਿਗਿਆਨ ਨਾਲ ਸੰਬੰਧ ਰੱਖਦੇ ਨੇ ਉਹ ਜਾਣਦੇ ਨੇ। ਸਿਗਮੰਡ ਫਰਾਇਡ ਨੇ ਬਹੁਤ ਕੁਝ ਕਾਮ ਬਾਰੇ ਕਿਹਾ। ਹਿੰਦੁਸਤਾਨ ਵਿੱਚ ਇੱਕ ਧਰਮਾਤਮਾ ਜਿਹਨੂੰ ਕਹਿੰਦੇ ਸਨ, ਉਹ ਵੀ ਬਹੁਤ ਕੁਝ ਬੋਲਿਆ। ਪਰ ਸਾਡੇ ਲੋਕ ਕਹਿਣ ਲੱਗ ਪਏ ਕਮਾਲ ਦੇ ਖਿਆਲ। ਪਰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਤੋਂ ਦੂਰ ਜਾਣ ਵਾਲਿਓ, ਜੋ ਗੁਰੂ ਨੇ ਕਿਹਾ ਹੈ ਔਰ ਧੁਰ ਦਰਗਾਹ ਤੋਂ ਆਏ ਕੋਈ ਰੱਬੀ ਬਚਨ ਨੇ। ਮਹਾਰਾਜ ਜੀ ਨੇ ਕਿਹਾ, ਹੇ ਕਾਮੰ, ਹੇ ਕਾਮ ਵਾਸ਼ਨਾ ਨਰਕ ਵਿਸ਼ਰਾਮੰ, ਤੂੰ ਨਰਕਾਂ ਵਿੱਚ ਬੰਦੇ ਨੂੰ ਥਾਂ ਦੇਣੀ ਹੈ। ਬਹੁ ਜੋਨੀ ਪਰਮਾਵਣੈ, ਜਦੋਂ ਇਨਸਾਨ ਤੇਰੇ ਪਿੱਛੇ ਤੁਰਦਾ ਹੈ, ਸੱਚ ਇਹ ਵੇ ਕਿ ਤੂੰ ਉਹਨੂੰ ਕਈ ਜੂਨਾਂ ਦੇ ਵਿੱਚ ਪਟਕਾ ਦੇਣੀ ਹੈ। ਤੇ ਇਹ ਸ਼ਬਦ ਕੇਵਲ ਮੇਲ ਲਈ ਨਹੀਂ, ਦੋਨਾਂ ਲਈ ਟੁਕਦੇ ਪਏ ਨੇ। ਫਿਰ ਮੈਂ ਸ਼ਬਦ ਦੁਹਰਾਉਣ ਲੱਗਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਸ਼ਬਦ ਵਰਤਿਆ ਕਾਮ। ਮੈਂ ਅਰਜ਼ ਕੀਤੀ, ਇਸ ਕਾਮ ਦੇ ਅੱਗੋਂ ਦੋ ਹਿੱਸੇ ਨੇ, ਇੱਕ ਵਾਸ਼ਨਾ, ਇੱਕ ਪ੍ਰੇਮ। ਵਾਸ਼ਨਾ ਦਾ ਰਸ ਸੰਸਾਰ ਜਾਣਦਾ ਹੈ, ਪਰ ਪ੍ਰੇਮ ਦਾ ਰਸ ਕੇਵਲ ਅੰਦਰ ਨੂੰ ਕਮਾਉਣ ਵਾਲਾ ਜਾਣਦਾ ਹੈ। ਉਹਦੇ ਸਾਹਮਣੇ ਕੀ ਹੈ ਕਾਮ ਦਾ ਰਸ। ਪਰ ਸਤਿਗੁਰੂ ਤਰਸ ਕਰੇ, ਇਸ ਮਸਲੇ 'ਚ ਕਦੀ ਕੋਈ ਦਾਵਾ ਨਾ ਕਰੇ। ਲੈਕਚਰ ਆਪਾਂ ਵੀ ਕਰਨੇ ਪਏ, ਕਥਾ, ਪਰ ਭੈ 'ਚ ਰਹਿ ਕੇ, ਕਿਉਂਕਿ ਇੱਥੇ ਜੋਗੇ ਵਰਗਾ ਸਿੱਖ ਵੀ ਹੁਕਮ ਸੁਣਦਿਆਂ ਸਾਰ ਵਿਆਹ ਛੱਡ ਕੇ ਤੁਰ ਪਿਆ। ਪਰ
ਜਦੋਂ ਕਿਤੇ ਆਨੰਦਪੁਰ ਸਾਹਿਬ ਦੇ ਨੇੜੇ ਪਹੁੰਚਦਾ ਪਿਆ, ਜਦੋਂ ਸੱਚ ਇਹਵੇ ਇੱਕ ਵੈਸ਼ਿਆ ਦੇ ਖਾਬ ਭਾਵ ਨੇ ਉਹਨੂੰ ਵੀ ਰੋਕ ਲਿਆ। ਇਸੇ ਕਰਕੇ ਵਾਰ-ਵਾਰ ਬੰਦਾ ਅਰਦਾਸ ਕਰੇ ਗੁਰੂ ਚਰਨਾਂ 'ਚ, ਇਹਨਾਂ ਵਿਸ਼ੇ ਵਿਕਾਰਾਂ ਦਾ ਦਾਵਾ ਨਹੀਂ। ਜਿਸ ਦਿਨ ਬੰਦੇ ਅੰਦਰ ਫੁਰਨਾ ਪੈਦਾ ਹੁੰਦਾ ਹੈ, ਮੇਰੇ ਅੰਦਰ ਤਾਂ ਕਈ ਦਿਨ ਹੋ ਗਏ ਕੋਈ ਵਿਕਾਰ ਨਹੀਂ ਫੁਰਿਆ, ਕਦੀ ਆਪਣੇ ਅੰਦਰ ਦੀ ਝਾਤੀ ਮਾਰ ਕੇ ਦੇਖੇ ਦੂਸਰੇ ਦਿਨ ਉਹਦੇ ਨਾਲ ਬੀਤਦੀ ਕੀ ਹੈ ਕਿ ਆਪਣੀ ਖੰਗਤਾ ਦਾ ਪ੍ਰਗਟਾਵਾ ਕਰ ਬੈਠਦਾ ਹੈ। ਸਤਿਗੁਰੂ ਨੇ ਕਿਹਾ, ਹੇ ਕਾਮੰਗ ਨਰਕ ਵਿਸ਼ਰਾਮ ਤੇ ਕਿਹੜੇ ਕਿਹੜੇ ਢੰਗ ਨਾਲ। ਹੁਣ ਹੋ ਸਕਦਾ ਵੀ ਇਥੋਂ ਦੇ ਪੜ੍ਹੇ ਲਿਖੇ ਪੱਛਮ ਦੀ ਸਭਤਾ ਨਾ ਮੰਨੇ। ਪੱਛਮ ਦਾ ਆਪਣਾ ਤਰੀਕਾ ਹੈ, ਪੂਰਬ ਦਾ ਆਪਣਾ ਤਰੀਕਾ ਹੈ। ਪੱਛਮ ਨੇ ਕਿਹਾ ਜੋ ਕੁਝ ਭੋਗਿਆ ਜਾ ਸਕਦਾ ਹੈ, ਮਾਣਿਆ ਜਾ ਸਕਦਾ ਹੈ, ਖੰਡਾਇਆ ਜਾ ਸਕਦਾ ਹੈ, ਪੀਤਾ ਜਾ ਸਕਦਾ ਹੈ, ਖਾਧਾ ਜਾ ਸਕਦਾ ਹੈ, ਖਾਓ। ਮੇਰੇ ਗੁਰੂ ਨੇ ਕਿਹਾ ਨਹੀਂ, ਜੋ ਕੋਈ ਤੂੰ ਬਾਹਰ ਮੁਖੀ ਸੁਖ ਮਾਣਨਾ ਪਿਆ, ਰਸ ਮਾਣਨਾ ਪਿਆ, ਤੈਨੂੰ ਅੰਦਰ ਦੀ ਸਮਝ ਪੈ ਜਾਏਗੀ, ਇਦੋਂ ਕਈ ਗੁਣਾ ਰਸ ਤੇਰੇ ਅੰਦਰੋਂ ਪ੍ਰਗਟ ਹੋ ਜਾਏਗਾ। ਮਾੜੇ ਵੀ ਨਹੀਂ ਇਹਨਾਂ ਖੋਜਿਆ, ਪਰ ਅੱਜ ਬਹੁ ਹਿੱਸਾ ਕਈ ਸਦੀਆਂ ਤੋਂ ਬਾਅਦ, ਇਹ ਕੁਝ ਖੰਡਾਨ ਤੋਂ ਬਾਅਦ ਮਨ ਕਹਿੰਦਾ ਪਿਆ ਇਸ ਤੋਂ ਅੱਗੇ ਕੀ ਹੈ, ਸੋਚਣ ਲੱਗ ਪਿਆ ਇਸ ਤੋਂ ਅੱਗੇ ਕੀ ਹੈ। ਹੁਣ ਉਹ ਪੂਰਬ ਵਾਲੇ ਪਾਸੇ ਭੱਜਦਾ ਪਿਆ। ਮੈਂ ਉੱਥੇ ਬੜੇ ਦੇਖੇ, ਕੋਈ ਮਾਲਾ ਪਕੜ ਕੇ ਤੁਰਿਆ ਬੈਠਾ, ਕੋਈ ਗੰਗਾ ਦੇ ਕਿਨਾਰੇ ਬੈਠਾ, ਕਿਉਂਕਿ ਅੰਦਰ ਦਾ ਸੁੱਖ ਕਿੱਥੋਂ ਤੱਕ ਬੰਦਾ ਭੋਗ ਸਕਦਾ ਹੈ, ਕਿੱਥੋਂ ਤੱਕ ਮਾਣ ਸਕਦਾ ਹੈ। ਆਖਰ ਮਨ ਸਵਾਲ ਕਰੇਗਾ ਇਸ ਤੋਂ ਅੱਗੇ ਕੀ, ਇਸ ਤੋਂ ਅੱਗੇ ਜੇ ਕੁਝ ਹੈ ਵਾਸ਼ਨਾ ਨਹੀਂ, ਇਸ ਤੋਂ ਅੱਗੇ ਕੇਵਲ ਰੱਬੀ ਪ੍ਰੇਮ ਹੈ। ਹੁਣ ਕਿਹੜੇ ਕਿਹੜੇ ਢੰਗ ਨਾਲ ਸਾਡੇ ਲੋਕ ਇਹਨੂੰ ਸਮਝਦੇ ਨਹੀਂ। ਸਭ ਤੋਂ ਪਹਿਲੀ ਗੱਲ, ਕਾਮ ਦੇ ਬਾਰੇ ਮੈਂ ਇੱਕ ਗ੍ਰੰਥ 'ਚ ਪੜ੍ਹਿਆ, ਮੈਨੂੰ ਇਹ ਜ਼ਰੂਰ ਬਖਸ਼ੋ, ਮੇਰਾ ਕੰਮ ਹੈ ਸਟੱਡੀ ਕਰਨਾ, ਕਿਤੇ ਮੇਰੀਆਂ ਤੁਕਾਂ ਦੇ ਅੱਧੇ ਅਰਥ ਨਾ ਕੋਈ ਕਰੀ ਜਾਏ। ਉਹਨਾਂ ਨੇ ਕਾਮ ਦੀ ਸ਼ਕਲ ਬਣਾਉਂਦੇ ਆ, ਇਹਨੂੰ ਬੜੇ ਸ਼ਬਦ ਵਰਤੇ ਨੇ, ਇਹਨੂੰ ਮਦਨ ਵੀ ਕਿਹਾ, ਇਹਨੂੰ ਅਨੰਗ ਵੀ ਕਿਹਾ, ਇਹਨੂੰ ਚੋਰ ਵੀ ਕਿਹਾ, ਬੜੇ ਸ਼ਬਦ ਵਰਤੇ। ਉਹ ਕਹਿੰਦੇ ਨੇ ਜਿਹੜਾ ਕਾਮ ਹੈ ਇਹਨੇ ਇੱਕ ਕਮਾਨ ਪਕੜੀ, ਉਹ ਕਹਿੰਦਾ ਇਹਦੀ ਕਮਾਨ ਛਿੱਲੇ ਕੋਈ ਗੰਨੇ ਦੀ ਬਣੀ ਹੋਈ, ਜਿਹੜਾ ਰਸ ਨਾਲ ਭਰਿਆ ਗੰਨਾ, ਕਹਿੰਦੇ ਨੇ ਛਿੱਲੇ ਕੋਈ ਗੰਨੇ ਦੀ ਇਹਨੇ ਕਮਾਨ ਬਣਾਈ ਹੈ। ਇਹਦੀ ਤੰਦੀ ਜਿਹੜੀ ਕਮਾਨ ਤੇ ਚਿੱਲਾ ਚਾੜਨਾ, ਕਹਿਣ ਲੱਗੇ ਉਹ ਚਿੱਲਾ ਇਹਨੇ ਸ਼ਹਿਦ ਦੀਆਂ ਮੱਖੀਆਂ ਦੀ ਤੰਦੀ ਬਣਾਈ ਹੋਈ ਹੈ, ਮਿਠਾਸ। ਇਹਨੇ ਤੀਰ ਜਿਹੜਾ ਰੱਖਿਆ ਉਹ ਫੁੱਲਾਂ ਦਾ ਰੱਖਿਆ, ਕਹਿੰਦੇ ਇਹੋ ਕੁਝ ਕਰਦਾ ਬੰਦੇ ਦੇ ਲਈ। ਉਹਨਾਂ ਇਹਦੀ ਸੂਰਤ ਬਣਾ ਦਿੱਤੀ। ਉਹ ਕਹਿੰਦਾ ਆਪਾਂ ਸ਼ਰਾਵਾਂ ਦੇ ਨਾਲ ਰਹਿਣਾ ਬਹੁਤ ਪਸੰਦ ਕਰਦਾ ਹੈ। ਉਹਨਾਂ ਸ਼ਕਲਾਂ ਬਣਾਈਆਂ, ਪਰ ਦੇਖੋ ਗੁਰਬਾਣੀ ਤੋਂ ਨਿਕਲ ਕੇ ਕੋਈ ਸ਼ਬਦ ਬਾਹਰ ਨਹੀਂ। ਸਭ ਤੋਂ ਪਹਿਲੀ ਗੱਲ ਕਿ ਕਾਮ ਬੰਦੇ ਦੀਆਂ ਅੱਖਾਂ ਰਾਹੀਂ ਅੰਦਰ ਪ੍ਰਵੇਸ਼ ਕਰਦਾ ਹੈ। ਕਈ ਤਰੀਕੇ ਨੇ, ਦੇਖਣ ਵਾਲਾ ਵੀ ਬੰਦਾ ਕਾਮ ਭੋਗਦਾ ਹੈ, ਚੇਤੇ ਰੱਖਿਓ ਸੁਣਨ ਵਾਲਾ ਵੀ ਭੋਗਦਾ ਹੈ, ਚਿਤਵਨੀ ਕਰਨ ਵਾਲਾ ਵੀ ਭੋਗਦਾ ਹੈ, ਗਾਉਣ ਵਾਲਾ ਵੀ ਭੋਗਦਾ ਹੈ, ਸਪਰਸ਼ਤਾ ਕਰਨ ਵਾਲਾ ਵੀ ਭੋਗਦਾ ਹੈ। ਪਰ ਫਰਕ ਇਹਨਾਂ ਹੈ ਕਿ ਬਾਕੀ ਚਿੱਤ ਕਰਕੇ ਭੋਗਦੇ ਪਏ ਨੇ ਤੇ ਆਮ ਤੌਰ ਤੇ ਇਹਨਾਂ ਵੱਲ ਕਦੀ ਕੋਈ ਧਿਆਨ ਨਹੀਂ ਦਿੰਦਾ। ਕੀ ਇਨਸਾਨ ਅੱਖਾਂ ਨਾਲ ਜਦੋਂ ਦੇਖਦਾ ਹੈ ਤੇ ਜੋ ਕੁਝ ਦੇਖਦਾ ਪਿਆ ਉਹਦੇ ਬਾਰੇ ਅੰਦਰ ਚਿਤਵਨੀ ਪੈਦਾ ਨਹੀਂ ਕਰਦਾ, ਫਿਰ ਕਹਿੰਦਾ ਪਤਾ ਨਹੀਂ ਮਨ ਕਿਉਂ ਨਹੀਂ ਜਪਜੀ ਸਾਹਿਬ ਟਿਕਦਾ ਪਿਆ। ਗੁਰੂ ਨੇ ਸਭ ਤੋਂ ਪਹਿਲੀ ਇਹ ਗੱਲ ਕੀ, ਹੁਣ ਇਹਦਾ ਅਰਥ ਇਹ ਨਾ ਕਰਿਓ ਵੀ ਦੇਖਣਾ ਨਹੀਂ ਚਾਹੀਦਾ। ਇੱਕ ਸਵਾਲ ਉੱਠੇਗਾ, ਅਸੀਂ ਬਾਜ਼ਾਰ 'ਚ ਜਾਂਦੇ ਹਾਂ, ਅਸੀਂ ਕੰਮ ਕਰਨੇ ਆ, ਜਿੱਥੇ ਜਾ ਰਹੇ ਹਾਂ ਕੀ ਸੀ ਦੇਖੀਏ ਨਾ, ਪਰ ਸੌਖਾ ਹੈ ਕੇਵਲ ਲੈਕਚਰ ਕਰਨਾ, ਔਖਾ ਹੈ ਜ਼ਿੰਦਗੀ 'ਚ ਮਨ ਅਵੈੜੇ ਨੂੰ ਕਾਬੂ ਕਰਨਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਇੱਕ ਕੰਮ ਕਰ, ਤੈਨੂੰ ਗੁਰੂ ਨੇ ਸ਼ਬਦ ਦਾ ਬੜਾ ਵੱਡਾ ਸਹਾਰਾ ਦਿੱਤਾ ਹੈ। ਸਤਿਗੁਰੂ ਨੇ ਦੇਖਣ ਸੰਬੰਧੀ ਜਿਹੜੇ ਵਾਸ਼ਨਾ ਭੋਗਦੇ ਨੇ ਉਹਨਾਂ ਨੂੰ ਕਿਹਾ ਕਿ ਪਰ ਤੇਰੇ ਇਹ ਰੂਪ ਨਾ ਪੇਖੈ ਨੇਤਰ, ਕਿਉਂ? ਕਿਉਂਕਿ ਇਹਦੇ ਰਾਹੀਂ ਵੀ ਅੰਦਰ ਖਲਬਲੀ ਮਚੇਗੀ ਬੰਦੇ ਦੇ। ਜਾਂ ਕਿਹਾ ਕਿ ਅੱਖੀ ਸੂਤਕ ਵੇਖਣਾ ਪਰ ਤੇਰੇ ਹੈ ਪਰ ਤਨ ਰੂਪ, ਸ਼ਬਦ ਵਰਤੇ। ਗੁਰਦੇਵ ਨੇ ਕਿਹਾ ਕਿ ਪਰ ਵੇਲ ਨਾ ਜੋਖ ਹੈ ਕੰਤ ਤੂੰ, ਪਰ ਵੇਲ ਨਾ ਜੋਖ ਹੈ ਕੰਤ ਤੂੰ, ਜੋ ਇਹਦਾ ਅਰਥ ਵੀ ਦੇਖਣਾ ਹੈ ਕਿ ਪਰਾਏ ਤਨ ਨੂੰ ਮਤ ਦੇਖ। ਪਰ ਦੇਖੋ ਦੇਖਣ ਲੱਗਿਆ ਤਾਂ ਬਿਰਤੀ ਨੇ ਕੰਮ ਕਰਨਾ, ਕਿਸ ਢੰਗ ਨਾਲ ਦੇਖਣਾ। ਅੱਖਾਂ ਉਹੀ ਨੇ, ਉਹੀ ਅੱਖਾਂ ਆਪਣੇ ਘਰ ਵਿੱਚ ਪੈਦਾ ਹੋਈ ਬੇਟੀ ਨੂੰ ਦੇਖਦੀਆਂ ਨੇ। ਮੈਂ ਸ਼ਬਦ ਬਿਲਕੁਲ ਭੈ 'ਚ ਰਹਿ ਕੇ ਵਰਤਾਂਗਾ। ਤੇ ਉਹੀ ਅੱਖਾਂ ਜਦੋਂ ਬਾਹਰ ਨਿਕਲਦੀਆਂ ਨੇ ਬੇਟੀ ਦੀ ਉਮਰ ਦੇ ਸਰੀਰ ਨੂੰ ਦੇਖਦੀਆਂ ਨੇ। ਇੱਕ ਪ੍ਰਤੀ ਚਿਤਵਨੀ ਵੱਖਰੀ ਏ, ਦੂਜੇ ਪ੍ਰਤੀ ਵੱਖਰੀ ਹੈ, ਕਿਉਂਕਿ ਬੰਦੇ ਦੇ ਅੰਦਰ ਦੀ ਚਿਤਵਨੀ ਹੀ ਵਾਸ਼ਨਾ ਤੇ ਪ੍ਰੇਮ ਨੂੰ ਜਨਮ ਦਿੰਦੀ ਪਈ ਹੈ। ਦੇਖਦਾ ਦੋਨਾਂ ਨੂੰ ਹੈ,
पर गुरु ने एक सानू बड़े कमाल दी दित्ती सिक्ख्या, शायद ये किसी कोल होवे। महाराज जी ने कहा कि देख पराइयां चंगियां मावां भैणां धीआं, अगे शब्द वरत्या जाने, मन्ने नहीं केवल जाने। जाने दर ते ओनू अनुभव करे। जाने का मतलब वो चित्त विच गल बैठ जाए। सतगुरु जी के रहतनामिਆਂ च लिखिया, पर बेटी को बेटी जाने, पर स्त्री को मात बखाने, अपनी स्त्री सो रत होई, रहतवान गुर का सिंह सोई। जां असीं पढ़ने कि खौं तिस घोल कमाया, पर नारी दे नेड़ ना जावे। पर धन गुरु अर्जन साहब कहते देखो फिर ये एनर्जी आ हिंदुस्तान विच तां इन्ना प्रवृत्त, उथों दे मंदिरां विच वासना दी पूर्ति लई पुजारी लोकां ने देवदासियां नूं जन्म दिता। उन्हां कह दिता है मंदिर दीयां देवदासियां ने। नगर बधू शब्द उहदे चों जन्म लै गया। आ बुरका की है? मैं ये नहीं किसी दे धर्म ते अटैक कर लगा। असल च बंदे दी आम तौर ते कहा जाता है कि जेकर जिस्म नहीं ढकिया होवेगा ते शैतान काम करेगा। चेते रखियो, जिदे अंदर दा शैतान जिउंदा है वो कपड़े ढकण नाल नहीं मरना, किसे दे तन नूं ढकण दी थां ते अपने अंदर दे शैतान नूं कढ के मार। अपने आप ते काबू पा। मेरे सतगुरु ने जिस दिन जपजी साहब मुकम्मल किया, 38वीं पौड़ी का पहला गुण सचियार पुरुष का ही दिता सी कि जत पहारा तेरा आचरण उच्चा होवे। आओ थोड़ा जा देखिए, गुरु अर्जन साहब कहते हैं, खे कामंग नरक विश्रामम, 5 दोख आसाद जामै ताकि केतक आस, जिदे च 5 ने। हे कामंग नरक विश्रामंग, बहु जोनी परभावने, इस अर्थ हो गए। अगे गुरु अर्जन साहब कहते हैं, चित हरणंग, तू बंदा दे चित चुराना है। चित चुराना तां ही माड़े रस्ते ते तुरदे। चित हरणंग ते किवें चित चुराना है? हुण जिन्हों असीं अजकल पंजाबी कल्चर कहने हैं, जिन्हों साडे लोग कहते हैं साडा सभ्याचार है, मैं बेनती करा, मैं अर्ज की कि सुनना भी एक वासना की कांग पैदा करता है, सुनना प्रेम भी बना दिंदा है। किसे गीत विच जो अजकल का ढांचा, मैं थोड़ी जी अर्ज कर लगा वा, अजकल दे इस जिन्हों आपां कल्चर कह रहे हां, कोई आदमी अपनी बेटी, अपनी नूह, अपनी मां, अपने जीवन साथन कोल बैठ के वो कुछ कन्नां नाल सुनिया जा रहा है कि जिन्हों अज आपां कल्चर कह रहे। हैरानगी की गल, उत्थे एक गल उठी पंजाब च पिछले दिन, कुछ बीबियां ने इकट्ठियां होके एक मुजाहरा किया। क्यों नहीं इस समाज विच एक जागृति पैदा की जाती कि एक औरत के जिस्म की इन्नी नीलामी गीतां विच क्यों? कि वो एक मां नहीं, कि एक भैन नहीं? देखो उन्होंने जिन्हों आप कल्चर कहने पे हाँ, सच एवे कि असल च वो भी साडे लई घातक बनया जा रहा है। पंजाब विच ये ना क्यों? सतगुरु कहते हैं सुनने वाल भी अंदर वासना प्रफुल्लित हुंदी पई है। धन गुरु ग्रंथ साहब गुरु अर्जुन देव कहते हैं चित्त नूं चुरांदा है, चित्त नूं काबू करदा है, वेखण नाल काबू करदा है, सुनण नाल काबू करदा है, स्पर्श नाल काबू करदा है। सच एवे भावें साडे लोग कहंदे हुण तां चलो किसे दी कोई बचा नहीं जे, कोई गुरु प्यारा बचिया होवेगा, की ये बच्चियां साडियां दे कोल कोई गुरसिੱਖੀ वाला बचिया होवेगा, निक्के निक्के नियाणियां दे फोनां च की है? ते असीं गुरु ग्रंथ साहिब नाल जे जुड़ना है, जे पंजां दोखां तो बचन की गल करांगे ते इत्थे काबू पाना पेगा। जिस बंदे ने इन्हें तो बचना है, क्योंकि सब तो ज्यादा ये उबाला खांदा है जदों बंदा इकल्ला बैठदा है। इकल विच बहुत जोर पांदा है, पर बंदा मैं इकल्ला कहे, सिख इकल्ला कदी नहीं हुंदा। आम बंदा इकल्ला हो सकता है, सिख जदों भी किते जांदा है ओदा गुरु ओदे नाल जांदा है। वो किते भीड़ विच भी लंघे। सच एवे कि जपजी साहिब दा पाठ केवल अमृत वेले तक सीमित ना रखिए, जदों भीड़ विच भी लंघना पे उदों गुरु नानक नूं चेते कर, मेरा बाबा उत्थे भी तेनूं तत्ती वाह नहीं लगन देगा। शब्द सानूं सहारा देगा। ताई गुरु ने कहा जो मंदिर को थम है थमन, त्यों गुर का शब्द मन है अस्थमन। अगे मैं शब्दां संबंधी भी अर्ज करांगा
ਕਿਵੇਂ ਅਰਦਾਸ ਕਰੀਏ ਇਹਨਾਂ ਤੋਂ ਬਚਣ ਲਈ। ਸਤਿਗੁਰੂ ਨੇ ਕਿਹਾ, ਹੇ ਕਾਮੰਗ ਨਰਕ ਵਿਸ਼ਰਾਮੰਗ ਬਹੁ ਜੋਨੀ ਪਰਮਾਵਣੈ ਚਿਤ ਹਰਨੰਗ ਤ੍ਰੈ ਲੋਕ ਗਮਯੰਗ। ਤੇਰੀ ਪਹੁੰਚ ਤਿੰਨਾਂ ਲੋਕਾਂ ਤੱਕ ਹੈ। ਜਪ, ਤਪ, ਸ਼ੀਲ, ਵਿਧਾਰਨ ਹੈ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜਿਹੜੇ ਕਈ ਸਾਲਾਂ ਦੇ ਜਪੀ ਸਨ, ਜਦੋਂ ਉਹਨਾਂ ਦੇ ਅੰਦਰ ਨੂੰ ਚਰਾਇਆ, ਸੱਚੇ ਵਿੱਚ ਜਪ ਕਰਨ ਵਾਲਿਆਂ ਦੀਆਂ ਮਾਲਾ ਡਿੱਗ ਪਈਆਂ। ਜਿਹੜੇ ਆਪਣੇ ਆਪ ਨੂੰ ਤਪੀਸਰ ਕਹਿੰਦੇ ਸਨ, ਤੂੰ ਦੇਖ ਐਸਾ ਕੀਤਾ, ਤਪ ਕਰਨ ਵਾਲਿਆਂ ਦੀਆਂ ਸਾਧਨਾ ਡੋਬ ਕੇ ਰੱਖ ਦਿੱਤੀਆਂ। ਤੇ ਜਿਹੜੇ ਕਹਿੰਦੇ ਨੇ ਅਸੀਂ ਬੜੇ ਸ਼ਾਂਤ ਸੁਭਾਅ ਦੇ ਹਾਂ, ਉਹ ਡੋਬ ਕੇ ਰੱਖ ਦਿੱਤੇ। ਚਿਤ ਹਰਨੰਗ ਤ੍ਰੈ ਲੋਕ ਗਮਯੰਗ ਜਪ ਤਪ ਸ਼ੀਲ ਵਿਦਾਰਨ ਹੈ। ਤੂੰ ਸੁਸ਼ੀਲਤਾ ਨੂੰ ਤੋੜ ਦਿੱਤਾ। ਅੱਗੇ ਕਹਿੰਦੇ ਨੇ ਅਲਪ ਸੁਖ ਅਵਿਤ ਚੰਚਲ। ਆ ਸ਼ਬਦ ਸੁਣਿਓ, ਅਲਪ ਸੁਖ ਥੋੜੇ ਚਿਰੇ ਸੁਖ ਲਈ, ਅਵਿਤ ਸ਼ਬਦ ਕਹੇ ਵਿਤ, ਵਿਤ ਦਰਸ ਹੁੰਦਾ ਧਨ ਐੜਾ ਗੇਤਰ ਲੱਗਾ, ਅਵਿਤ ਚੰਚਲ। ਤੇਰੇ ਚ ਇੰਨੀ ਤਾਕਤ ਕਹੇ, ਜਿਸ ਬੰਦੇ ਤੇ ਤੂੰ ਪ੍ਰਭਾਵ ਪਾਣਾ, ਤੂੰ ਬੰਦਿਆਂ ਨੂੰ ਵੀ ਰੋਲ ਕੇ ਰੱਖ ਦੇਣਾ ਹੈ। ਉਹ ਰੁਪਈਏ ਤੋਂ ਖਾਲੀ ਹੋ ਜਾਂਦੇ ਨੇ, ਉਹਨਾਂ ਦੇ ਅੰਦਰੋਂ ਗੁਣਾ ਦੇ ਜਿਹੜਾ ਧਨ ਉਹ ਚਲਾ ਜਾਂਦਾ ਹੈ। ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣੇ। ਜਦੋਂ ਕਿਸੇ ਤੇ ਤੂੰ ਅਸਰ ਕਰਨਾ, ਸੱਚ ਵੇ ਉਹਨਾਂ ਸਾਰਿਆਂ ਨੂੰ ਤੂੰ ਆਪਣੇ ਅਧੀਨ ਕਰ ਲੈਣਾ ਹੈ। ਸਤਿਗੁਰੂ ਕਹਿੰਦੇ ਤੇਰੇ ਤੋਂ ਬਚਣ ਦਾ ਇੱਕੋ ਤਰੀਕਾ ਹੈ ਕਿ ਸਾਧ ਸੰਗਤ ਤੇ ਪਰਮਾਤਮਾ ਦੀ ਬੰਦਗੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਬਚਨ ਮੈਂ ਵਿੱਚੋਂ ਤੁਕਾਂ ਲਈਆਂ ਨੇ। ਹਜ਼ੂਰ ਨੇ ਇੱਕ ਬਚਨ ਕੀਤਾ, ਪਾਪੀ ਹੀਐ ਮੈਂ ਕਾਮ ਬਸਾਏ। ਜੇ ਹੀਏ ਚ ਵਸ ਜਾਏਗਾ, ਕਿੱਥੇ ਇੰਦਰੇ ਬਚਣਗੇ। ਪਾਪੀ ਹੀਐ ਮੈਂ ਕਾਮ ਬਸਾਏ, ਮਨ ਚੰਚਲ ਜਾਤੇ ਗਹਿੋ ਨਾ ਜਾਏ। ਜੋਗੀ ਜੰਗਮ ਅਰ ਸੰਨਿਆਸ, ਸਭ ਕੀ ਪਰ ਡਾਰੀ ਇਨਫਾਸ। ਇਹਨੇ ਸਭ ਨੂੰ ਕਾਬੂ ਕੀਤਾ ਹੋਇਆ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ। ਕਹਿਣ ਲੱਗੇ ਕਾਮਵੰਤ ਕਾਮੀ ਬਹੁ ਨਾਰੀ, ਪਰ ਗ੍ਰਹਿ ਜੋ ਨਾ ਚੁੱਕੈ। ਕਹਿੰਦੇ ਨੇ ਕਿਦੀ ਉਹ ਪਰਾਏ ਘਰ ਨੂੰ ਦੇਖਣ ਤੋਂ ਬਚ ਸਕਦਾ ਹੈ। ਦਿਨ ਪ੍ਰਤ ਕਰੈ ਪਛਤਾਪੈ, ਸੋਗ ਲੋਭ ਮੈਂ ਸੂਕੈ। ਨਿਮਖ ਕਾਮ ਸਵਾਦ ਕਾਰਨ, ਕੋਟ ਦਿਨ ਦੁਖ ਪਾਵੇਂ। ਪਰ ਸਤਿਗੁਰੂ ਦਾ ਸ਼ੁਕਰਾਨਾ ਕਰੋ ਗੁਰਮੁਖੋ, ਸਾਨੂੰ ਸ਼ਬਦ ਦੀ ਦਾਤ ਦਿੱਤੀ, ਸਿੱਖ ਨੂੰ ਕਿਰਦਾਰ ਦਿੱਤਾ। ਕਹਿਣ ਲੱਗੇ ਸ੍ਰਿਸ਼ਟੀ ਦੇ ਚਲਾਨ ਲਈ ਸੱਚ ਏਵੇ, ਇਹਦੀ ਵਰਤੋਂ ਪਰਿਵਾਰ ਲਈ, ਪਰਿਵਾਰ ਦੀ ਉਤਪਤੀ ਹੈ। ਪਰ ਗ੍ਰਸਤੀ ਬਾਰੇ ਗੁਰਦੇਵ ਨੇ ਇੱਕ ਬਚਨ ਕਿਹਾ, ਮੈਂ ਉਹ ਜ਼ਰੂਰ ਸਾਂਝਾ ਕਰ ਦੇਣਾ। ਗ੍ਰਸਤ ਦਾ ਅਰਥ ਇੰਦਰੀਆਂ ਦੀ ਵਾਸ਼ਨਾ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੁੰਦਾ, ਸੋ ਗਿਰਹੀ ਜੋ ਨਿਗ੍ਰਹ ਕਰੇ, ਉਹ ਗ੍ਰਸਤੀ ਹੈ। ਕਿ ਸੱਚ ਇਹ ਜਿਹੜਾ ਆਪਣੀਆਂ ਇੰਦਰੀਆਂ ਤੇ ਕਾਬੂ ਪਾ ਜਾਏ। ਜਿਉਂਦੇ ਜੀ ਸਿਮਰਨ ਕਰੇ, ਬਾਣੀ ਪੜ੍ਹੇ, ਸ਼ਬਦ ਦਾ ਅਭਿਆਸ ਕਰੇ, ਇਸ એનર્ਜੀ ਨੂੰ ਕਨਵਰਟ ਕਰੇ ਕਿਤੇ ਪਰਮਾਤਮਾ ਤੇ ਗੁਰੂ ਦੇ ਪ੍ਰੇਮ ਵਿੱਚ। ਸੋ ਗਿਰ ਕੀ ਜੋ ਨਿਗ੍ਰਹ ਕਰੇ, ਜਪ ਤਪ ਸੰਜਮ ਭੀਖਿਆ ਕਰੇ, ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰ ਹੀ ਗੰਗਾ ਕਾ ਨੀਰ। ਮੈਂ ਇੱਕ ਛੋਟੀ ਜਿਹੀ ਉਦਾਹਰਨ ਆਪ ਨੂੰ ਦੇਣਾ ਵਾ। ਜਦੋਂ ਹਿੰਦੁਸਤਾਨ ਚ ਇੰਡੀਆ ਚ ਗਦਰ ਹੋਇਆ ਨਾ ਅੰਗਰੇਜ਼ਾਂ ਵੇਲੇ, ਤੇ ਉਹਨਾਂ ਨੇ 24 ਘੰਟਿਆਂ ਦਾ ਵਕਤ ਦਿੱਤਾ ਸੀ। ਜੋ ਮਰਜ਼ੀ ਕੋਈ ਲੁੱਟ ਲੈ, ਜੋ ਮਰਜ਼ੀ ਕੋਈ ਖੋਹ ਲੈ। ਤੇ ਇੱਕ ਸਿੱਖ ਫੌਜੀ ਦਿੱਲੀ ਦੇ ਬਾਜ਼ਾਰਾਂ ਚ ਮੋਢੇ ਤੇ ਰਾਈਫਲ ਰੱਖੀ ਤੁਰਿਆ ਜਾਂਦਾ ਹੈ। ਜਦੋਂ ਲੰਘਿਆ ਤੇ ਇੱਕ ਬੰਗਲੇ ਵਿੱਚੋਂ, ਇੱਕ ਘਰ ਵਿੱਚੋਂ ਆਵਾਜ਼ ਕੰਨਾਂ ਵੀ ਸੁਣਾਈ ਦਿੱਤੀ। ਦਰਵਾਜ਼ੇ ਵੱਲ ਦੇਖਿਆ ਤੇ ਉਸ ਦਰਵਾਜ਼ੇ ਵਿੱਚ ਇੱਕ ਔਰਤ ਜਿਨੇ ਆਪਣਾ ਬਦਨ ਢੱਕਿਆ, ਉਹਨੇ ਇੱਕੋ ਸ਼ਬਦ ਕਿਹਾ। ਕਹਿਣ ਲੱਗੀ ਕਿ ਤੂੰ ਗੁਰੂ ਨਾਨਕ ਸਾਹਿਬ ਦਾ ਸਿੱਖ ਲੱਗਣਾ, ਪੀਰ ਨਾਨਕ ਦਾ ਮੁਰੀਦ ਹੈ, ਤੈਨੂੰ ਤੇਰੇ ਗੁਰੂ ਦਾ ਵਾਸਤਾ ਸਾਡੀ ਇੱਜ਼ਤ ਬਚਾ ਦੇ, ਸਾਡੀ ਪੱਤ ਬਚਾ ਦੇ। ਉੱਥੇ ਖਲੋ ਗਏ, ਬੰਦੂਕ ਉੱਥੇ ਪਕ ਰੱਖੀ, ਦਰਵਾਜ਼ੇ ਤੇ ਖਲੋ ਗਏ। ਜਦੋਂ ਕਿਤੇ ਹਜ਼ੂਮ ਨੇ ਆਉਣਾ ਤੇ ਉਹਨਾਂ ਇੱਕੋ ਗੱਲ ਕਹਿਣੀ ਕਿ ਮੈਨੂੰ ਵੱਡੇ ਸਾਹਿਬ ਦਾ ਹੁਕਮ ਆਇਆ ਹੈ, ਮੈਂ ਇੱਥੇ ਖਲੋਤਾ ਵਾਂ, ਅੰਦਰ ਨਾ ਕੋਈ ਜਾਇਓ। ਉਹ ਨਿਰੰਤਰ 24 ਘੰਟੇ ਉੱਥੇ ਖਲੋਤੇ ਰਿਹਾ ਸਿੱਖ ਫੌਜੀ, ਤੇ ਉਹ ਬਾਣੀ ਪੜ੍ਹੀ ਗਏ, ਸ਼ਬਦ ਪੜ੍ਹੀ ਗਏ। ਜਦੋਂ ਸ਼ਾਂਤੀ ਦਾ ਮਾਹੌਲ ਜਿਹਾ ਬਣਿਆ, ਪਰਿਵਾਰ ਵਾਲੇ ਘਰ ਆਏ, ਘਰ ਦੇ ਮਰਦ ਆਏ,
ਤੇ ਉਹ ਸਜਦ ਸਨ ਅਸਲ 'ਚ। ਤੇ ਔਰਤਾਂ ਨੇ ਕਿਹਾ ਉਹ ਸਿੱਖ ਜਿਨੇ ਸਾਡੀ ਇੱਜ਼ਤ ਨੂੰ ਬਚਾਇਆ। ਦੇਖੋ ਇਹ ਸਾਡੇ ਕਰੈਕਟਰ ਦਾ ਹਿੱਸਾ ਹੈ ਜਿਹਦਾ ਅਸੀਂ ਜ਼ਿਕਰ ਕਰਨ ਤੋਂ ਕੰਨੀ ਕਤਰਾਨੇ ਖਾਂ। ਇਹਦੇ ਤੋਂ ਬਿਨਾ ਗੁਰੂ ਨੇ ਕਿਹਾ ਜਿੰਨੀ ਦੇਰ ਤੱਕ ਤੂੰ ਆਪਣੇ ਆਪ ਤੇ ਕਾਬੂ ਨਹੀਂ ਪਾਇਆ, ਜਿੰਨਾ ਮਰਜੀ ਬਾਹਰੋਂ ਦਮਗਜੇ ਪਾਈ ਜਾਈ, ਸੱਚ ਇਹ ਤੇਰਾ ਮੇਰਾ ਕੋਈ ਸੰਬੰਧ ਨਹੀਂ। ਇਹ ਕਾਰਨ ਕਿ ਇਹਨੂੰ ਬੱਜਰ ਕਰੈਤ ਵੀ ਦਰਜ ਕਰ ਦਿੱਤਾ। ਜਿੱਦਨ ਤੂੰ ਜ਼ਿੰਦਗੀ 'ਚ ਭੁੱਲ ਕਰ ਲਈ, ਸੱਚ ਇਹ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ, ਤੂੰ ਪਤਤ ਹੋ ਜਾਏਗਾ, ਤੂੰ ਮੈਨੂੰ ਗੁਰੂ ਨਾ ਫਿਰ ਕਹੀ। ਹੁਣ ਬੱਜਰ ਸ਼ਬਦ ਦਾ ਅਰਥ ਹੈ ਪੱਥਰ ਵਰਗਾ। ਉਹਨਾਂ ਕਿਹਾ ਇਹ ਸਿੱਖ ਨੇ ਸਾਨੂੰ ਬਚਾਇਆ। ਉਹ ਘਰ ਲੈ ਗਏ। ਔਰਤਾਂ ਨੇ ਆਪਣੇ ਮੁਖ ਤੇ ਆਪਣੇ ਚਿਹਰੇ ਤੇ ਲਿਆ ਹੋਇਆ ਨਕਾਬ ਕਪੜਾ ਪਰਾਂ ਹਟਾਇਆ, ਧੰਨਵਾਦ ਕਰਨ ਲੱਗੇ। ਇੱਕ ਭਰ ਕੇ ਪਲੇਟ ਉਹਨਾਂ ਨੇ ਸੋਨੇ ਦੀਆਂ ਮੋਹਰਾਂ, ਸੁੱਚੇ ਮੋਤੀ, ਚਮਕਦੇ ਹੋਏ ਲਾਲ ਲਿਆਂਦੇ ਤੇ ਉਸ ਫੌਜੀ ਨੂੰ ਕਹੇ ਕੰਮ ਕਰਿਓ, ਤੁਸੀਂ ਸਾਨੂੰ ਬਚਾਇਆ, ਅਸੀਂ ਇਹਦੇ ਬਦਲੇ ਤੁਹਾਨੂੰ ਇਨਾਮ ਦੇਨੇ ਆ। ਉਹ ਫੌਜੀ ਉੱਠ ਖਲੋਤਾ, ਕਹਿਣ ਲੱਗਾ ਮੈਂ ਗੁਰੂ ਨਾਨਕ ਦਾ ਵਾਸਤਾ ਸੋਨੇ ਵਿੱਚ ਵੇਚਣ ਵਾਸਤੇ ਨਹੀਂ ਆਇਆ, ਤੁਸੀਂ ਗੁਰੂ ਦਾ ਵਾਸਤਾ ਪਾਇਆ। ਵਾਸਤਾ ਪਾਇਆ। ਮੈਂ ਉਹ ਵਾਸਤਾ ਵੇਚਣ ਨਹੀਂ ਆਇਆ। ਜਿੱਥੇ ਗੁਰੂ ਮੇਰੇ ਦੀ ਆਵਾਜ਼ ਆਏਗੀ, ਮੇਰਾ ਫਰਜ਼ ਹੈ ਕਿ ਬਚਾਣਾ। ਕਾਜ਼ੀ ਨੂਰ ਮੁਹੰਮਦ ਨੇ ਬਹੁਤ ਕੋਈ ਲਿਖਿਆ, ਸਿੱਖਾਂ ਨੂੰ ਸੱਗ ਕੁੱਤੇ ਤੱਕ ਲਿਖਿਆ, ਪਰ ਜਦੋਂ ਕਰੈਕਟਰ ਦੀ ਗੱਲ ਆਈ ਉਹਨੇ ਵੀ ਕਹਿ ਦਿੱਤਾ ਲੋਕੋ ਮੇਰੀ ਮਤਸਵੀ ਕਲਮ ਨੇ ਕੁੱਤੇ ਲਿਖਿਆ, ਪਰ ਸਾਡੇ ਸ਼ੇਰ ਨੇ ਇਹ ਤਾਂ ਦੁਸ਼ਮਣ ਦੀ ਬਹੂ ਬੇਟੀ ਨੂੰ ਵੀ ਬੁੱਢੀ ਕਹਿ ਕੇ ਸਤਿਕਾਰ ਦੇ ਦਿੰਦੇ ਨੇ। ਇਹ ਸਾਡਾ ਕਰੈਕਟਰ ਹੈ। ਮੈਂ ਤਾਂ ਸ਼ੁਰੂ ਕੀਤਾ ਕਿਉਂਕਿ ਬੜਾ ਵੱਡਾ ਹਿੱਸਾ ਹੈ ਜ਼ਿੰਦਗੀ ਦਾ। ਕਿਵੇਂ ਮਨ ਟਿਕੇਗਾ? ਕਹਿਣ ਲੱਗੇ ਮੈਂ ਵਾਸਤਾ ਵੇਚਣ ਨਹੀਂ ਆਇਆ, ਤੁਸੀਂ ਗੁਰੂ ਦਾ ਕਿਹਾ, ਮੇਰੇ ਗੁਰੂ ਦਾ ਹੁਕਮ ਸੀ, ਮੈਂ ਖਲੋ ਗਿਆ। ਉਹਨਾਂ ਅਸੀਸਾਂ ਦਿੱਤੀਆਂ। ਉਹ ਫੌਜੀ ਆਪਣੇ ਘਰ ਗਿਆ। ਮਾਂ ਸੀ ਮਾਇਆ ਵਾਲੀ। ਉਹਨੇ ਕਿਹਾ ਪੁੱਤਰ ਜੋ ਤੂੰ ਕਿੱਟ ਲੈ ਕੇ ਆਇਆ, ਕੀ ਕੁਛ ਲਿਆਏ ਉਸ ਲੁੱਟ ਵਿੱਚੋਂ? ਕਹਿਣ ਲੱਗੇ ਮਾਂ ਕੁਛ ਨਹੀਂ ਲਿਆਇਆ। ਉਹਨਾਂ ਦੇਖਿਆ ਕੁਛ, ਉਹਨਾਂ ਦੇ ਸਾਰੇ ਫੌਜੀ ਕੋਈ ਸੋਨਾ ਲਿਆਇਆ, ਕੋਈ ਦੂਜੇ ਲੋਕ ਬਹੁਤ ਕੁਛ ਲਿਆਏ। ਉਹਨੇ ਕਿਹਾ ਕੀ ਲੈ ਕੇ ਆਏ ਹੋ? ਵਗਦੀ ਗੰਗਾ ਵਿੱਚ ਵੀ ਹੱਥ ਨਹੀਂ ਧੋਤੇ ਗਏ। ਉਸ ਫੌਜੀ ਨੇ ਚਿਹਰੇ ਤੇ ਲਾਲੀ ਸੀ, ਕਹਿੰਦਾ ਮਾਂ ਮੈਂ ਤੇਰਾ ਦੁੱਧ ਪੀਤਾ ਹੈ, ਮੈਂ ਕੁਛ ਨਹੀਂ ਲੈ ਕੇ ਆਇਆ ਦੁਨੀਆ ਦਾ, ਪਰ ਮੈਂ ਗੁਰੂ ਨਾਨਕ ਦੀ ਸਿੱਖੀ ਦਾ ਝੰਡਾ ਬੁਲੰਦ ਕਰਕੇ ਆਇਆ, ਮੈਂ ਗੁਰੂ ਵਾਸਤਾ ਲੈ ਕੇ ਆਇਆ ਵਾਂ। ਮਾਂ ਨੇ ਕਿਹਾ ਮੇਰੇ ਮੱਥੇ ਨਾ ਲੱਗ। ਉਹ ਫੌਜੀ ਕੋਈ ਹੋਰ ਨਹੀਂ, ਉਹ ਸੰਤ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲੇ ਸਨ। ਇੱਕ ਬੇਨਤੀ ਹੈ ਕਿ ਦੇਖੋ ਅਸੀਂ ਗੁਰਬਾਣੀ ਦੀ ਰੋਸ਼ਨੀ ਜੀਏ ਥੋੜਾ ਜਿਹਾ। ਇਹ 'ਚ ਕੋਈ ਸ਼ੱਕ ਨਹੀਂ, ਪੇਟ ਦੀ ਭੁੱਖ ਦੀ ਤਰ੍ਹਾਂ ਇੰਦਰੀਆਂ ਦੀ ਭੁੱਖ ਹੈ। ਇਹ ਭੁੱਖ ਹੈ। ਮੈਂ ਅਰਜ਼ ਕਰਾਂ ਕਈ ਲੋਕ ਭੁੱਖ ਨੂੰ ਇੰਨਾ ਕੁ ਸਾਧ ਲੈਂਦੇ ਨੇ ਕਿ ਪੇਟ ਦੀ ਭੁੱਖ ਵੀ ਇੱਕ ਰੋਟੀ ਨਾਲ 4 ਗਰਾਹੀਆਂ ਨਾਲ ਕੰਮ ਸਰ ਜਾਂਦਾ ਹੈ। ਕਈ ਬੰਦੇ ਵਾਸ਼ਨਾ ਦੀ ਭੁੱਖ ਨੂੰ ਇੰਨਾ ਕੁ ਸਾਧ ਜਾਂਦੇ ਨੇ, ਉਸ ਭੁੱਖ ਨੂੰ ਨਾਮ ਦੀ ਭੁੱਖ ਵੀ ਤਬਦੀਲ ਕਰ ਜਾਂਦੇ ਨੇ। ਸਤਿਗੁਰੂ ਨੇ ਸ਼ਬਦ ਵਰਤੇ, ਕਹਿਣ ਲੱਗੇ ਪਹਿਲਾ ਦੋਖ ਕਾਮ, ਇਸ ਤੋਂ ਬਚਨ, ਇਹ ਤੇਰੀ ਜ਼ਿੰਦਗੀ ਨੂੰ ਤਬਾਹ ਕਰੇਗਾ। ਤੂੰ ਗੁਰੂ ਦੇ ਸ਼ਬਦ ਦੀ ਰੋਸ਼ਨੀ 'ਚ ਜੀ। ਦੂਸਰਾ ਹੈ ਕ੍ਰੋਧ, ਇਹ ਵੀ ਇੱਕ ਦੋਖ ਹੈ। ਮੈਂ ਸਿਰਫ ਇਹ ਵੀ ਸੰਖੇਪ ਜਿਹਾ ਸ਼ਬਦ ਵਰਤੇ, ਮੈਂ ਬਾਕੀ ਕਿਸੇ ਹੋਰ ਗ੍ਰੰਥਾਂ ਦਾ ਹਵਾਲਾ ਨਹੀਂ ਦਿੱਤਾ। ਹਾਲਾਂਕਿ ਕਾਮੀ ਬੰਦਾ ਜਿੰਨਾ ਕਾਮੀ ਹੋਵੇਗਾ ਬਹੁਤ ਹਿੱਸਾ ਉਹਦਾ ਕ੍ਰੋਧੀ ਤੇ ਖਿਜਿਆ ਹੋਇਆ ਹੋਵੇਗਾ। ਜ਼ਿਆਦਾਤਰ ਤੁਸੀਂ ਦੇਖੋ ਉੱਲੂ ਨੂੰ ਸਵੇਰੇ ਨਜ਼ਰ ਨਹੀਂ ਆਉਂਦਾ ਤੇ ਕਾਂ ਨੂੰ ਰਾਤੀ ਨਜ਼ਰ ਨਹੀਂ ਆਉਂਦਾ। ਉੱਲੂ ਸਵੇਰੇ ਨਹੀਂ ਦੇਖਦਾ ਤੇ ਕਾਂ ਰਾਤੀ ਨਹੀਂ ਦੇਖਦਾ। ਕਾਮੀ ਬੰਦੇ ਨੂੰ ਨਾ ਸਵੇਰੇ ਦਿਸਦਾ ਨਾ ਸ਼ਾਮ ਦਿਸਦਾ, ਉਹਨੂੰ ਕੇਵਲ ਵਾਸ਼ਨਾ ਹੀ ਨਜ਼ਰ ਆਉਂਦੀ ਹੈ। ਸਤਿਗੁਰੂ ਨੇ ਤੇ ਕਿਹਾ ਜਦੋਂ ਬੰਦੇ ਦੇ ਸੁਭਾਅ ਦਾ ਜ਼ਿਕਰ ਕਰਾਂਗੇ, ਇਹਦੀ ਬਾਡੀ ਦੇ ਜਿਉਂ-ਜਿਉਂ ਸੁਭਾਅ ਚੇਂਜ ਹੋਏ, ਤੇ ਮੈਂ ਇੱਕ ਵਾਰ ਅਰਜ਼ ਕੀਤੀ ਸੀ ਹਿੰਦੁਸਤਾਨ ਦੀ ਚਿਕਿਤਸਾ ਕਹਿ ਲੋ ਜਾਂ ਆਪਾਂ ਸ਼ਬਦ ਵਰਤੀਏ, ਉਥੋਂ ਦੀ ਜਿਹੜੀ
ਦਵਾਈਆਂ ਨੇ ਪੁਰਾਤਨ ਰਿਸ਼ੀਆਂ ਮੁਨੀਆਂ ਦੀਆਂ ਬਣਾਈਆਂ ਹੋਈਆਂ ਆਯੁਰਵੇਦ ਕਾਦਕ, ਉਹ ਇੱਕ ਗੱਲ ਕਹਿੰਦੇ ਨੇ, ਬੰਦੇ ਦੇ ਸਰੀਰ ਦੇ ਵਿੱਚ ਹਰ 7 ਸਾਲ ਬਾਅਦ ਤਬਦੀਲੀ ਆਉਂਦੀ ਹੈ, ਸੁਭਾਅ ਵਿੱਚ ਵੀ। ਪਰ ਜਦੋਂ ਗੁਰੂ ਨੇ ਸੁਭਾਅ ਦੇ ਪੜਾਂ ਦਰ ਪੜਾਂ ਜ਼ਿਕਰ ਕੀਤਾ ਤੇ ਉਹਦੇ ਵਿੱਚ ਹਜ਼ੂਰ ਨੇ ਕਿਹਾ ਕਿ ਪਹਿਲਾ ਪਿਆਰ ਲੱਗਾ ਥਨ ਦੁੱਧ, ਦੂਜਾ ਮਾਏ ਬਾਪ ਕੀ ਸੁਧ, ਤੀਜਾ ਭਈਆ ਭਾਬੀ ਬੇਬ, ਚੌਥਾ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਤੇ ਜਦੋਂ ਇਹਨੇ ਜ਼ੋਰ ਪਾਇਆ ਛੇਵਾਂ ਕਾਮ ਨਾ ਪੁੱਛੇ ਜ਼ਾਤ। ਉਦੋਂ ਨਹੀਂ ਜੇ ਬੰਦਾ ਬਰਾਦਰੀਆਂ ਦੇਖਦਾ, ਜ਼ਾਤ ਨਹੀਂ। ਸਤਿਗੁਰੂ ਨੇ ਕਿਹਾ ਇਹਦੇ ਲਈ ਇੱਕ ਅਰਦਾਸ ਕਰ, ਹੇ ਸੱਚੇ ਪਾਤਸ਼ਾਹ ਕਿਰਪਾ ਕਰ, ਤਰਸ ਕਰ, ਮੈਨੂੰ ਬਚਾ। ਅੱਗੇ ਕਹੇ ਇਸ ਤੋਂ ਕ੍ਰੋਧ। ਹੁਣ ਕ੍ਰੋਧ ਵੀ ਇੱਕ ਅੰਦਰ ਦੀ ਤਾਕਤ ਹੈ। ਸਤਿਗੁਰੂ ਨੇ ਕਾਮ ਨੂੰ ਸੰਯਮ ਚ ਤਬਦੀਲ ਕਰ ਦਿੱਤਾ, ਨਾਮ ਚ ਬਦਲ ਦਿੱਤਾ, ਕ੍ਰੋਧ ਆ ਗਿਆ। ਕ੍ਰੋਧ ਇੱਕ ਬੜੀ ਵੱਡੀ ਤਾਕਤ ਹੈ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਹਦਾ ਬੜਾ ਵਾਰੀ ਜ਼ਿਕਰ ਆਇਆ ਹੈ। ਮਹਾਰਾਜ ਕਹਿੰਦੇ ਨੇ ਜਦੋਂ ਬੰਦੇ ਉੱਤੇ ਕ੍ਰੋਧ ਅਸਰ ਕਰਦਾ ਹੈ, ਇਸ ਤਰ੍ਹਾਂ ਨੱਚਦਾ ਜਿਵੇਂ ਸੱਪ ਨੱਚਦਾ, ਵਾਹਿਗੁਰੂ ਜਿਵੇਂ ਬਾਂਦਰ ਨੱਚਦਾ ਹੈ। ਮਹਾਰਾਜ ਜੀ ਦਾ ਬਚਨ ਹੈ, ਹੇ ਕਲ ਮੂਲ ਕ੍ਰੋਧੰ ਕਦੰਚ ਕਰਨਾ ਨਾ ਉਪਰਜਤੇ। ਮੈਂ ਸਿਰਫ 2-2 3-3 ਤੁਕਾਂ ਉਹਨਾਂ ਪਵਿੱਤਰ ਸ਼ਲੋਕਾਂ ਦੀਆਂ ਲਈਆਂ ਨੇ, ਸਾਰਾ ਨਹੀਂ। ਹੇ ਕਲ ਮੂਲ ਕ੍ਰੋਧੰ, ਲੜਾਈ ਦੀ ਜੜ, ਲੜਾਈ ਦਾ ਪਵਾੜੇ ਦੀ ਜੜ ਕਹਿ ਲੋ, ਬੀਜ ਕਹਿ ਲੋ, ਕ੍ਰੋਧ। ਹੇ ਕਲ ਮੂਲ ਕ੍ਰੋਧੰ ਕਦੰਚ ਕਰਨਾ ਨਾ ਉਪਰਜਤੇ। ਉਪਰਜਤੇ ਜਦੋਂ ਕਿਸੇ ਅੰਦਰ ਤੂੰ ਪੈਦਾ ਹੋ ਜਾ, ਤੂੰ ਤਾਂ ਹਸਿਆਰਾ ਬਣ ਜਾਣਾ ਹੈ। ਕਿੱਥੇ ਕਰਨਾ ਉਹਦੀ ਰਹਿੰਦੀ ਹੈ, ਫਿਰ ਕਰਨਾ ਕੀ ਹੈ? ਤੂੰ ਜੀਵਾਂ ਨੂੰ ਆਪਣੇ ਵਸ ਕਰਨਾ ਹੈ। ਵਿਖਿਅੰਤ ਜੀਵੰ ਵਸਿੰ ਕ੍ਰੋਧ ਨਿਰਤਿਅੰ ਕ੍ਰੋਧ ਜਥਾ ਮਰਕਟੈ। ਜਦੋਂ ਤੂੰ ਬੰਦੇ ਤੇ ਅਸਰ ਕਰਨਾ, ਇਸ ਤਰ੍ਹਾਂ ਤੇਰੇ ਪ੍ਰਭਾਵ ਥੱਲੇ ਨੱਚਦਾ ਹੈ ਕਿ ਜਿਵੇਂ ਕਲੰਦਰ ਦੇ ਇਸ਼ਾਰਿਆਂ ਉੱਤੇ ਬਾਂਦਰ ਨੱਚਦਾ ਹੈ। ਕ੍ਰੋਧ એનર્ਜੀ ਰੁਕਦੀ ਨਹੀਂ। ਚੇਤੇ ਰੱਖੋ, ਜਦੋਂ ਰੁਕਣ ਲੱਗ ਪੈਂਦੀ ਹੈ ਨਾ, ਮੈਂ ਕ੍ਰੋਧ ਸ਼ਬਦ ਵਰਤ ਰਿਹਾ, ਪਰ ਇਹ ਕ੍ਰੋਧ ਹੀ ਤਬਦੀਲ ਹੋ ਕੇ ਵੀਰ ਰਸ ਬਣਦਾ ਹੈ। ਇਹ ਕ੍ਰੋਧ ਹੀ ਤਬਦੀਲ ਹੋ ਕੇ ਫਿਰ ਕ੍ਰੋਧੀ ਵੀ ਛੁਰਾ ਪਕੜਦਾ ਹੈ। ਪਰ ਉਸ ਕ੍ਰੋਧੀ ਦੇ ਛੁਰੇ ਨੂੰ ਸਟਾਉਣ ਵਾਸਤੇ ਸਿੱਖ ਅੰਦਰ ਵੀਰ ਰਸ ਦਾ ਰੂਪ ਧਾਰਨ ਕਰਦਾ ਹੈ। ਉਹ ਫਿਰ ਕਿਰਪਾਨ ਨੂੰ ਹੱਥ ਪਾਉਂਦਾ ਹੈ। ਉਹ ਕਹਿੰਦਾ ਤੈਨੂੰ ਸਾਰੇ ਮੌਕੇ ਦਿੱਤੇ, ਹੁਣ ਸਾਰੇ ਲੰਘ ਗਏ, ਮੇਰੀ ਅਣਖ ਨੂੰ ਵਿਗਾੜਿਆ, ਤੂੰ ਗੁੱਸੇ ਚ ਆਇਆ, ਮੈਂ ਵੀਰ ਰਸ ਚ ਆ ਰਿਹਾ। ਇਸ ਕਰਕੇ ਕ੍ਰੋਧ ਸ਼ਬਦ ਨਹੀਂ ਵਰਤਿਆ, ਵੀਰ ਰਸ। ਤਾਂ ਹੀ ਗੁਰੂ ਨੇ ਕਿਹਾ ਚੂੰਕਾਰ ਅਜ਼ ਹਮਾ ਖੀਲ ਤੇ ਦਰ ਗੁਜਸਤ, ਹਲਾਲ ਅਸਤ ਬੁਰਦੇ ਨੇ ਬਾਜ ਸ਼ਮਸ਼ੀਰ ਦਸਤ। ਜਦੋਂ ਸਾਰੇ ਖੀਲੇ ਨਿਕਲ ਜਾਣ, ਪਰ ਇਹਦਾ ਮਤਲਬ ਇਹ ਨਹੀਂ ਵੀ ਇਹ ਕਹੀਏ ਵੀ ਸਿੱਖ ਅੰਦਰ એનર્ਜੀ ਮੁੱਕ ਗਈ। ਇਹ ਤਾਂ ਵਾਹਿਗੁਰੂ ਦੀ ਬੜੀ ਕਿਰਪਾ ਹੈ ਸਿੱਖਾਂ ਉੱਤੇ ਦੀ। ਉਹ ਵੀਰ ਰਸ। ਹੁਣ ਜਦੋਂ ਇਹ ਕੱਲਾ ਕ੍ਰੋਧ ਬਣਦਾ ਹੈ, ਕਿਵੇਂ ਇਹ ਆਪਣਾ ਕੰਮ ਕਰਦਾ ਹੈ, ਮੈਂ ਤੇ ਇੱਕ ਛੋਟੀ ਜਿਹੀ ਉਦਾਹਰਨ ਦੇ ਕੇ ਸਮਾਪਤੀ ਕਰਾਂਗਾ। ਇਸ ਪ੍ਰਕਰਨ ਨੂੰ ਮੈਂ ਯਤਨ ਕਰਾਂਗਾ ਕੱਲ ਤੱਕ ਮੁਕੰਮਲ ਕਰਦੇ ਹਾਂ। ਹੁਣ ਜਦੋਂ ਕ੍ਰੋਧ ਆਉਂਦਾ ਬੰਦੇ ਅੰਦਰ, ਇਹ ਚੰਡਾਲ ਦਾ ਰੂਪ ਹੈ। ਬੰਦੇ ਦੇ ਬੁੱਲ ਫਰਕਦੇ ਨੇ, ਅੱਖਾਂ ਚ ਲਾਲੀ, ਬਲੱਡ ਪ੍ਰੈਸ਼ਰ ਮਾਰਦਾ, ਛਾਲਾ ਜਾਂਦਾ ਉੱਚੇ, ਦਿਲ ਦੀ ਧੜਕਣ ਕਿਤੇ ਹੱਥ ਲਾ ਕੇ ਦੇਖੋ ਕਿਵੇਂ ਭਟਕਦਾ, ਗੁੱਸੇ ਚ ਆਇਆ, ਕੰਬਦਾ ਇਹਦਾ ਸਰੀਰ, ਨੱਚਦਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ। ਪਰ ਐਡੀ ਵੱਡੀ ਤਾਕਤ ਗੁੱਸੇ ਵਿੱਚ ਆਈ ਕੋਈ ਮਾਂ, ਕ੍ਰੋਧ ਵਿੱਚ ਤਪੀ ਹੋਈ ਮਾਂ ਆਪਣੇ ਬੱਚੇ ਨੂੰ ਸੀਨੇ ਦਾ ਦੁੱਧ ਪਿਆਵੇ, ਸੱਚ ਹੋਵੇ ਦੁੱਧ ਵੀ ਬੱਚੇ ਨੂੰ ਨਹੀਂ ਪਚ ਸਕਦਾ, ਪਚੇਗਾ ਨਹੀਂ, ਕਿਉਂਕਿ ਉਹਦੇ ਉੱਤੇ ਕ੍ਰੋਧ ਦਾ ਅਸਰ ਹੈ। ਮੈਂ ਇੱਥੇ ਇੱਕ ਬੇਨਤੀ ਕਰਾਂ, ਕਿਵੇਂ ਕ੍ਰੋਧ ਜਿਹੜਾ ਹੈ ਆਪਣੇ ਘਰਾਂ 'ਚ ਕਿਵੇਂ ਪ੍ਰਵਾਹਿਤ ਹੁੰਦਾ। ਇੱਕ ਛੋਟੀ ਜੀ ਉਦਾਹਰਨ ਹੈ, ਸਿਰਫ ਸਮਝਣ ਲਈ, ਕਹਾਣੀ ਨਹੀਂ। ਮੰਨ ਲਓ ਇੱਕ ਆਦਮੀ ਕੰਮ ਕਰਨ ਗਿਆ, ਆਪਣੇ ਆਫਿਸ ਦਫ਼ਤਰ ਗਿਆ, ਤੇ ਉਹਦੇ ਜਿਹੜਾ ਬੌਸ ਹੈ ਉਹਨੇ ਝਿੜਕ ਦਿੱਤਾ, ਚੰਗੀ ਝਿੜਕ ਚਮਕੀਤੀ, ਜੋ ਮੂੰਹ ਚ ਆਇਆ ਬੋਲਿਆ। ਹੁਣ ਅੱਗੋਂ ਬੋਲਿਆ ਨਹੀਂ, ਅੰਦਰ ਸਮੋਈ ਗਿਆ। ਕਿਵੇਂ ਕ੍ਰੋਧ ਦੇਖੋ ਚੱਲਦਾ ਕਿੱਥੇ ਤੇ ਡਿੱਗਦਾ ਕਿੱਥੇ ਆ ਕੇ। ਉਹ ਸੁਣੀ ਗਿਆ, ਉਹਦੇ ਬੋਲੇ ਕੋਈ ਸੁਣੀ ਗਿਆ, ਅੰਦਰ ਰਿੱਝੀ ਗਿਆ, ਕੰਮ ਕਰੀ ਗਿਆ ਛੇਤੀ ਛੇਤੀ। ਤੇ ਸੱਚ ਦੇਖਿਆ ਜਦੋਂ ਕਿ ਪਿੰਡਾਂ 'ਚ ਬੀਬੀਆਂ ਦੇ ਕ੍ਰੋਧ ਮਾਰਦਾ ਛਾਲਾ, ਇੰਜ ਭਾਂਡੇ ਮਾਂਜਦੀਆਂ ਨੇ ਤੇਜ਼ੀ ਨਾਲ ਜਿਵੇਂ ਕਿਤੇ ਮਸ਼ੀਨ ਮਾਂਜਦੀ ਹੋਵੇ। ਉਹ એનર્ਜੀ ਦਿੰਦਾ ਨਾ, ਮਾਰਦਾ ਛਾਲਾ ਹੁੰਦਾ ਕ੍ਰੋਧ। ਉਹ ਸਭ ਕੁਝ ਸਮੇਟੀ ਗਿਆ, ਘਰ ਆਇਆ, ਆ ਕੇ ਸੱਟਿਆ ਬੈਗ। ਪ੍ਰਸ਼ਾਦਾ ਘਰ ਵਾਲੀ ਨੇ ਤਿਆਰ ਕੀਤਾ ਸੀ, ਵਾਈਫ ਨੇ ਰੋਟੀ ਤਿਆਰ ਕੀਤੀ। ਹੁਣ ਉਹ ਨਿਕਲੇ ਕਿੱਥੇ એનર્ਜੀ ਜਿਹੜੀ ਬੌਸ ਨੇ ਭਰੀ ਸੀ ਅੰਦਰ। ਝਿਗੜਕ ਚੰਬ ਕਰਕੇ ਰੋਟੀ ਖਾਣ ਲੱਗਾ,
रोटी अगे भी खांदा है। अज पता नहीं बिच किते कोई लूण मिर्च घट रह गई जी, आदि उसका बहाना चाहिए क्योंकि भरिया पे अंदरों। उन्हें वेखद्या सार प्लेट धू के मारी परा, ज्यों लगा बोलन तेनू अकल नहीं, मैं सारे दिन का थकिया, मैं मर गया काम करदिया, मैं तुहाडी खातर झिड़का खाना फिरना। वो जो कुछ वो कोल सी उन्हें सारे घर उत्ते झाड़ दिता, आप ठंडा जो के बह गया। हुण वो बेचारी दा वस कोई नहीं। देखो क्रोध एक एनर्जी है, सिख इनू शब्द नाल इनू भी काबू करदा। एवें नहीं गुरु ने कहा, कहन लगे कि सब जो पढ़ने खाओ गुसाई दा पहलवानड़ा, मैं गुरमिल उच्च दुमालड़ा, सब होई चिंज इकट्ठिया दइयो बैठा वेखै आप जियो। वात वजन टमक भेरियां मल लथे लेंदे फेरियां। अगे गुरु ने कहा नेते पंज जवान मैं गुर थापी दिती, कंड जी उन्हें थापड़ा दिती, मैं पंजे काबू कर ले, काबू कीते। हुण ओ गुस्से नाल भरी पई ओ विचारी। ओदा न्याणा बाहरों आ गया खेड दा, स्कूलों पढ़ के आया, वो फट्टी लैके आ गया। मैं अपनी उदाहरण लैके लगा इंडिया की, क्योंकि तुहाडे तां इत्थे गल कित्थे चलनी है, फोन नाल ही पिया हुंदा है। उन्हें जी न्याणे ने शाही शुई सारी हथ लिबड़े, मूँह ते भी शाही लिंबी, कपड़े लगे अगे आना, मां ने कहना आ मेरा लाल पढ़ के आया। शाही वाला मूँह भी कहना किन्ना सोहना मुखड़ा लगदा है। अज घर वाले ने झिड़किया सी, भरी हो पई, उन्हें आउंदियां सार दो चार वट के चपेड़ा मारियां, तेनों अकल नहीं, सारी शाही नाल मूँह भर के आ गए। देखो गुस्सा अगे गया। हुण न्याणा की करूगा, न्याणे दे हथ आ गया बैठ। उन्हें सामने पे सन कच दे भांडे, पूरे जोर नाल मारिया, उन्हें कच दे भांडे तोड़ के रख दिते। क्रोध की एनर्जी अगे चलती है, वो एक शरीर चो अगे, उस तो अगे, उस तो अगे। यही कारण कि क्रोधी बंदा जो सब कुछ बोल लेंदा ना, उदों ऐ ठंडा जिहा हो के बह जाता, जिवें किते गुब्बारे विचों फूक निकली हुंदी, क्योंकि उहदी एनर्जी है। गुरु साहब ने कहा सच एवे एक अग है, माचिस दी तीली अपने आप सड़न तो बिना दूजे नूं नहीं साड़ सकती। माचिस दी तीली हमेशा अपना मुंह साड़ेगी, मुंह साड़न तो बाद दूजे नूं साड़ेगी। क्रोधी बंदा पहला अपने अंदरों सड़दा, फिर दूजे नूं साड़दा है। क्रोध पहला आप उबाले लिंदा है। सतगुरु ने कहा वो भलिया ये तो एक एक नाल मर गया, तेरा की बनेगा। मृग मीन भृंग पतंग कुंचर, एक दोख विनाश, पंच दोख आसाद जामै ताकि केतक आस। इत्थे मैं लड़ी समाप्त कर रहा पर अज दे दिन दी, बाकी असी क्रोध तो कल नूं अगे शुरू करांगे। मेरे अज बोलदियां कोई शब्द मेरा आप नूं असभक लगा होवे, क्योंकि बंदा पूरा नहीं, वो जरूर मैनू खिमा कर दिओ। जिहड़ी बेनती मैं कीती है, क्योंकि संगत विच नौजवान तो हुंदे ही घट आ, उन्हां दे भी कसूर कोई नहीं। जो असीं बोल रहे हैं साडे कोल उन्ने शब्द कोई नहीं किसी उन्होंने कोई समझा सकीए। पर सच एवे जिहड़ियां कौमां काम दे नशे विच मारियां गईयां, वो एडे एडे वड्डे राज भाग हुंदियां भी नामो निशान मिट गया। क्योंकि काम क्रोध काया को गल है, ज्यों कंचन सुहागा ढल है। बाकी क्रोध दी विचार, लोभ ते मोह ते अहंकार दी विचार कल नूं करन दा यतन करांगा। अगे आप सब दा तह दिलों धन्नवाद। आओ करो किरपा उस मालक दी दित्ती कोई दात, वाहिगुरू गुरु मंत्र दा जाप आपा कर लीए। जिन्हां संगतां ने जाना है वो जरूर जाओ, क्योंकि आप काम कार ते सवेरे पहुंचना है। करो किरपा, प्यार अदब नाल उचारण करो जी। वाहे गुरु वाहे